वाहिगुरु जी का खालसा वाहिगुरु जी की फतेह। सतगुरां दी निगी गोद विच बड़े ही प्रेम सहित दूरों नेड़ियों चल करके शाम के दीवाना दियां हाजरियां भर रहे हो। सुभागा समा सतगुरां दी कृपा नाल प्राप्त होया है। आओ इस समय को साहिब दे प्रेम दे विच भिज के सफला बनाइए। चल रहे पावन प्रसंगां दे विचों आप जी ने सरवण कीता सी। गुरु नानक साहब सच्चे पातशाह जी पाठशाला तो बाद घर आए। बच्चियां दे विच खेडते हुए बड़ियां ही सियाणियां गल्लां करते ने। नगर दे विच इलाके दे विच इस गल की बड़े पद्धर ते चर्चा हुंदी है। नानक जी का सुभाव आम बच्चियां तो बड़ा ही अलग है। पिता जी भी सुन सुन के बड़े हैरान हुंदे ने। किते किते लगदा लोकी ताने मारदे आ भी पुत पाठशाला तो भज के आ गया। हर प्रकार की सोच मन में आउंदी है। कदे खुशी भी हुंदी है, कदे गम भी हुंदा है। इन सारे प्रकरणों को बड़े विस्तार सहित आप जी ने सरवण कीता ते आनंद माणिया। आओ जी कुछ समा सुरत करके चलिए राय भोई दी तलवंडी। पाओ प्रेम दी सांझ, बख्शो आसीस, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। चौपाई जाम जामनी जगन निमा, जब कर तन धर दानी छिमा। दीन दुनिया के मालक सतगुरु गुरु नानक साहब सच्चे पातशाह बालक अवस्था दे विच ने। नित ही कोई ना कोई पातशाह चूज वरताउंदे आ। जदों काफी समय तो सतगुरु जी बच्चियां नाल रोज खेडदे आ, नित नवीं ही लीला दा वरतारा घड़दे आ। ते पिता जी दे मन विच आया क्यों ना दोबारा तो कोशिश करा इन्हां नूं पाठशाला ले जा। वेखदे आ गोपाल पादा जी किन्ना क पढ़ाउंदे आ, क्योंकि लोग ते बड़ियां सिफतां करदे ने नानक पढ़दा बड़ा है, ये सियाणा बड़ा है, सूझबान बहुत है, बुद्धिमान बहुत है। अज हर रोज की तरह दिन चढ़े है। अमृत वेले का समय पहर रात रहिंदी गुरु साहब जागे आ। बेशक समा कैसा होवे, मौसम कैसा होवे, जिस दिन तो गुरु नानक साहब महाराज ने अवतार धारण किया ना, पहर रात रहिंदी सतगुर दी 3 सवा 3 जाग जाते हैं बचपन अवस्था में भी। कदे भी ऐसा दिन नहीं होया भी सूरज चढ़े पातशाह जागे हो। हर रोज की तरह अज भी जागे, स्वक्त ही उठ के चौंकड़ा मार के बैठते ने। और भाई कीनो इशनाना पट पहरी सुंदर बेदनाना। माता जी ने अपने पुत्र नूं इशनान कराया है।
ਅੱਗੇ ਸਵਸਥ ਲੋਕ ਸਨ, ਆਪ ਵੀ ਸਵੇਰੇ ਜਾਗਦੇ ਸੀ ਤੇ ਬੱਚਿਆਂ ਨੂੰ ਜਗਾ ਕੇ ਵੀ ਇਸ਼ਨਾਨ ਕਰਾਉਂਦੇ ਸੀ। ਜਿਸ ਦਿਨ ਤੋਂ ਸਾਡੇ ਘਰਾਂ 'ਚ ਦਲਿੱਦਰ ਵੜਿਆ ਨਾ, ਵੀ ਜਦੋਂ ਜਿਹਦਾ ਜੀ ਕੀਤਾ ਉਦੋਂ ਨਾ ਲਓ, ਸੱਚੀ ਸਾਰੀ ਦੁਨੀਆ ਹੀ ਪਰੇਸ਼ਾਨ ਹੈ। ਪੁਰਾਣੇ ਸਮੇਂ ਦੇ ਵਿੱਚ ਅੱਜ ਤੋਂ 60 ਸਾਲ ਪਹਿਲਾਂ ਜਾ ਕੇ ਵੇਖੋ, ਜਿੰਨੇ ਵੀ ਬੱਚੇ ਸੀ ਉਹਨਾਂ ਨੂੰ ਜਗਾ ਕਰਕੇ ਕਿਹਾ ਜਾਂਦਾ ਸੀ ਨਹਾ ਧੋ ਕੇ ਜੋ ਮਰਜ਼ੀ ਕਰੋ, ਭਾਵੇਂ ਸੌਂ ਲਓ। ਪਰ ਇਸ ਵੇਲੇ ਸੌਣਾ ਨਹੀਂ ਹੈ। ਗੁਰੂ ਪਾਤਸ਼ਾਹ ਮਾਤਾ ਜੀ ਦੇ ਕੋਲ ਬੈਠੇ ਨੇ, ਮਾਂ ਤ੍ਰਿਪਤਾ ਨੇ ਆਪਣੇ ਪੁੱਤ ਨੂੰ ਤਾਜ਼ੇ ਪਾਣੀ ਨਾਲ ਇਸ਼ਨਾਨ ਕਰਾਇਆ, ਸੋਹਣੇ ਜਿਹੇ ਬਸਤਰ ਪਾ ਦਿੱਤੇ। ਹੌਲੀ ਹੌਲੀ ਸੂਰਜ ਦੀ ਟਿੱਕੀ ਨਿਕਲਣੀ ਸ਼ੁਰੂ ਹੋਈ ਹੈ, ਦਿਨ ਪ੍ਰਵੇਸ਼ ਹੋਣ ਲੱਗੇ ਹੈ, ਹਨੇਰਾ ਛੁਪਦਾ ਜਾਂਦਾ ਏ। ਦਿਵਸ ਚਲੇ ਕਾਲੂ ਗਹਿ ਹੱਥਾਂ, ਲੈ ਚਟ ਸਾਰ ਚਲਿਓ ਨਿਜ ਸਾਥਾ। ਮਾਤਾ ਜੀ ਨੇ ਆਪਣੇ ਪੁੱਤਰ ਨੂੰ ਭੋਜਨ ਛਕਾਇਆ ਸਵੇਰੇ ਦਾ। ਪਿਤਾ ਜੀ ਕੋਲ ਆਏ, ਕਹਿੰਦੇ ਪੁੱਤ ਤਿਆਰ ਹੋ ਚੱਲੀਏ। ਸਤਿਗੁਰ ਕਹਿੰਦੇ ਪਿਤਾ ਜੀ ਕਿੱਥੇ? ਕਹਿੰਦੇ ਪਾਠਸ਼ਾਲਾ। ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਪਿਤਾ ਕਲਿਆਣ ਚੰਦ ਆਪਣੇ ਪੁੱਤਰ ਨੂੰ ਉਸੇ ਤਰ੍ਹਾਂ ਤਿਆਰ ਕਰਕੇ ਜਿਵੇਂ ਪਹਿਲੇ ਦੂਜੇ ਦਿਨ ਗਏ ਆ, ਉਂਗਲ ਫੜ ਕੇ ਘਰੋਂ ਚੱਲੇ। ਹੁਣ ਗੁਰੂ ਸਾਹਿਬ ਬੇਸ਼ੱਕ ਉਮਰ ਵਿੱਚ ਛੋਟੇ ਨੇ, ਜਦ ਵੀ ਘਰੋਂ ਜਾਂਦੇ ਆ ਮਾਤਾ ਜੀ ਦੇ ਪੈਰ ਛੂਹ ਕੇ ਜਾਂਦੇ ਆ। ਇਹ ਸੰਸਕਾਰ ਸਨ ਪੁਰਾਣੇ ਸਮੇਂ ਦੇ ਬੱਚਿਆਂ ਦੇ ਵਿੱਚ। ਘਰੇ ਆਉਣਾ, ਮਾਪਿਆਂ ਦੇ ਪੈਰੀ ਹੱਥ ਲਾਉਣਾ, ਤੇ ਜਦ ਸਕੂਲ ਨੂੰ ਜਾਣਾ ਉਦੋਂ ਵੀ ਮੱਥਾ ਟੇਕ ਕੇ ਜਾਣਾ। ਕਿਸੇ ਕਿਸੇ ਘਰ ਅੱਜ ਵੀ ਇਹ ਸੰਸਕਾਰ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਾਤਾ ਜੀ ਦੇ ਪੈਰੀ ਹੱਥ ਲਾਏ, ਉਮਰ ਬੜੀ ਛੋਟੀ ਹੈ। ਪਿਤਾ ਜੀ ਨੇ ਉਂਗਲ ਫੜੀ, ਝੂੜਾ ਫੜਿਆ, ਆਪਣੇ ਮੋਢੇ 'ਚ ਪਾ ਲਿਆ। ਕਲਿਆਣ ਚੰਦ ਜੀ ਨੇ ਨਾਨਕ ਜੀ ਨੂੰ ਉਂਗਲੀ ਫੜਾਈ ਹੋਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਪਿਤਾ ਜੀ ਦੇ ਨਾਲ ਤੁਰੇ ਜਾ ਰਹੇ, ਅੱਜ ਬੋਲਦੇ ਨਹੀਂ, ਅੱਗੇ ਤੇ ਗੱਲਾਂ ਕਰਦੇ ਜਾਂਦੇ, ਹੱਸਦੇ ਖੇਡਦੇ ਜਾਂਦੇ ਆ। ਚੁੱਪਚਾਪ ਪਿਤਾ ਦੇ ਨਾਲ ਗੁਰੂ ਸਾਹਿਬ ਕਦਮ ਦਰ ਕਦਮ ਰਲਾਉਂਦੇ ਹੋਏ ਹੌਲੀ ਹੌਲੀ ਪਾਠਸ਼ਾਲਾ ਵੱਲ ਵਧੇ ਹਨ। ਆਦਿ ਸੋ ਬੋਲਿਓ ਹਿਤ ਤਰਕ, ਦੇਹੋ ਪੜਾਈ ਦੇ ਰੁਚ ਕਰਕੇ। ਸਤਿਗੁਰ ਜਿਸ ਵੇਲੇ ਪਾਠਸ਼ਾਲਾ ਵਿੱਚ ਪ੍ਰਵੇਸ਼ ਹੋਏ, ਹੱਥ ਜੋੜ ਪਾਦਾ ਜੀ ਖੜੇ ਹੋ ਗਏ। ਪਿਤਾ ਜੀ ਨੂੰ ਨਹੀਂ ਪਤਾ ਪਾਦਾ ਜੀ ਕਿਉਂ ਖੜੇ ਹੋਏ। ਉਹਨਾਂ ਨੂੰ ਲੱਗਦਾ ਹੈ ਸ਼ਾਇਦ ਪਟਵਾਰੀ ਸਾਹਿਬ ਨੂੰ ਵੇਖ ਕੇ ਖੜੇ ਹੋਏ। ਸਲਾਮ ਕੀਤੀ, ਨਮਸਕਾਰ ਹੋਈ ਦੋਨੇ ਤਰਫਾਂ ਤੋਂ, ਪਿਆਰ ਦੀਆਂ ਗੱਲਾਂ। ਪਿਤਾ ਜੀ ਨੇ ਆਪਣੇ ਪੁੱਤਰ ਨੂੰ ਕੋਲ ਬਿਠਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਆ, ਪਾਦਾ ਜੀ ਹੱਥ ਜੋੜੀ ਖੜੇ ਆ। ਬਾਪੂ ਜੀ ਪੁੱਛਦੇ ਆ, ਕਹਿੰਦੇ ਪਾਦਾ ਜੀ ਕੀ ਗੱਲ ਨਾਨਕ ਘਰੇ ਆ ਗਏ ਸੀ? ਪਾਦਾ ਨਹੀਂ ਬੋਲਿਆ। ਦੂਜੀ ਵਾਰ ਪਿਤਾ ਜੀ ਫੇਰ ਕਹਿੰਦੇ ਨੇ, ਤੁਸੀਂ ਤੇ ਕਹਿੰਦੇ ਸੀ ਮੈਂ ਤੁਹਾਡੇ ਪੁੱਤਰ ਨੂੰ ਛੇਤੀ ਪੜ੍ਹਾ ਦਿਆਂਗਾ। ਇਹ ਤੇ ਇੱਕ ਦਿਨ ਤੋਂ ਬਾਅਦ ਦੁਬਾਰਾ ਪਾਠਸ਼ਾਲਾ ਨਹੀਂ ਆਇਆ। ਪਾਦਾ ਜੀ ਬੜੇ ਅਚਰਜ ਨੇ, ਹੱਥ ਜੋੜੇ, ਕੁਝ ਕਹਿਣਾ ਚਾਹੁੰਦੇ ਆ, ਪਰ ਪਿਤਾ ਜੀ ਹਲਕੇ ਜਿਹੇ ਗੁੱਸੇ ਵਿੱਚ ਨੇ। ਪਾਦਾ ਜੀ ਮੈਂ ਤੇ ਤੁਹਾਨੂੰ ਘੋੜਾ ਦੇਣਾ ਸੀ, ਮੈਂ ਤੇ ਤੁਹਾਨੂੰ ਦੁੱਗਣੀ ਮਾਇਆ ਤੇ ਇਨਾਮ ਦੇਣਾ ਸੀ, ਮੇਰੇ ਪੁੱਤਰ ਨੂੰ ਪੜ੍ਹਾ ਦਿਓ, ਤੁਸੀਂ ਤੇ ਪਹਿਲੇ ਦਿਨ ਹੀ ਤੋਰਤਾ। ਪਿਤਾ ਜੀ ਦੇ ਮਨ 'ਚ ਜੋ ਆਇਆ, ਕਹਿੰਦੇ ਉਹਨਾਂ ਨੇ ਪਾਦਾ ਜੀ ਨੂੰ ਬੋਲਿਆ, ਕਿਉਂਕਿ ਪੈਸੇ ਦੇ ਕੇ ਪੜ੍ਹਾਉਣਾ ਮੁਫਤ ਥੋੜੀ ਹੈ। ਪਾਦਾ ਜੀ ਹੱਥ ਜੋੜ ਕੇ ਕਹਿੰਦੇ ਪਟਵਾਰੀ ਜੀ ਮੈਂ ਮਾਫੀ ਮੰਗਦਾ, ਮੈਂ ਤੁਹਾਡੇ ਪੁੱਤ ਨੂੰ ਪੜ੍ਹਾ ਨਹੀਂ ਸਕਦਾ। ਇੰਨੇ ਬੋਲ ਸੁਣ ਕੇ ਕਹਿੰਦੇ ਆਹੋ ਉਦੋਂ ਤੇ ਗੱਲਾਂ ਵੱਡੀਆਂ ਵੱਡੀਆਂ ਕਰਦਾ ਸੀ, ਮੈਂ 6 ਮਹੀਨੇ 'ਚ ਪੜ੍ਹਾ ਦੂੰਗਾ, ਤੂੰ ਕਿਉਂ ਪੜ੍ਹਾਏਂਗਾ? ਤੈਨੂੰ ਕੀ ਲੋੜ ਪਈ ਹੈ? ਲੋਕੀ ਕਹਿੰਦੇ ਮੇਰਾ ਪੁੱਤ ਹੁਸ਼ਿਆਰ ਬੜਾ ਹੈ ਤੇ ਤੇਰੀ ਪਾਠਸ਼ਾਲਾ 'ਚ ਦੂਜੇ ਦਿਨ ਭੱਜ ਗਿਆ। ਪਾਦਾ ਜੀ ਹੱਥ ਜੋੜ ਕੇ ਕਹਿੰਦੇ ਕਲਿਆਣ ਚੰਦ ਗੱਲ ਤੇ ਸੁਣੋ, ਕੀ ਪੜ੍ਹਾਵਾਂ ਇਹਨੂੰ ਮੈਂ? ਇਹ ਪੜ੍ਹਨ ਦੇ ਲਾਇਕ ਨਹੀਂ। ਹੁਣ ਇਹ ਜਿਹੜਾ ਸ਼ਬਦ ਹੈ, ਅਸੀਂ ਹਰ ਸ਼ਬਦ ਦੇ ਵਿਜ਼ਨ ਦੀ ਗੱਲ ਕਰਦੇ ਆ। ਮੰਨ ਲਓ ਕਿਸੇ ਨੇ ਕਹਿਤਾ ਤੂੰ ਸਾਡੇ ਲਾਇਕ ਨਹੀਂ, ਇੱਕ ਸ਼ਬਦ ਹੈ, ਪਰ ਅਸੀਂ ਉਹਦਾ ਗਲਤ ਅਰਥ ਕੱਢਿਆ। ਸ਼ਾਇਦ ਮੈਨੂੰ ਇੰਨਾ ਬੁਰਾ ਕਹਿ ਦਿੱਤਾ, ਮੈਂ ਇੰਨਾ ਬੁਰਾ ਹਾਂ, ਮੈਂ ਕਿਸੇ ਦੇ ਵੀ ਲਾਇਕ ਨਹੀਂ। ਇੱਥੇ ਕਿਸੇ ਸ਼ਬਦ ਨੂੰ ਤੇ ਨਹੀਂ ਨਾ ਵਰਤਿਆ, ਲਾਇਕ ਨਹੀਂ। ਉਹ ਕਿਹੜੀ ਵਿਜ਼ਨ ਨਾਲ ਹੈ? ਪਾਦਾ ਜੀ ਆਖਦੇ ਵੀ ਮੈਂ ਪੜ੍ਹਾ ਨਹੀਂ ਸਕਦਾ, ਜਿਹੜੀ ਵਿਦਿਆ ਇਹ ਪੜ੍ਹੀ ਫਿਰਦੇ ਮੈਂ ਤਾਂ ਲਾਇਕ ਹੀ ਨਹੀਂ, ਮੈਂ ਕਿਵੇਂ ਪੜ੍ਹਾ ਦਿਆਂ? ਕਿਉਂਕਿ ਪੜ੍ਹੇ ਹੋਏ। ਪਰ ਪਿਤਾ ਜੀ ਉਸੇ ਵੇਲੇ ਫੇਰ ਟੁੱਟ ਕੇ ਪੈ ਗਏ, ਕਹਿੰਦੇ ਵਾਹ ਪਾਦਾ ਜੀ ਉਦੋਂ ਤੇ ਕਹਿੰਦਾ ਸੀ ਮੈਂ ਸਾਰੀ ਵਿਦਿਆ ਛੇਤੀ ਸਿਖਾ ਦੂੰ, ਨਾਨਕ ਸਿਆਣਾ ਬੜਾ ਹੈ, ਅੱਜ ਤੂੰ ਕਹਿੰਦਾ ਮੇਰਾ ਪੁੱਤ ਪੜ੍ਹਨ ਦੇ ਲਾਇਕ ਨਹੀਂ।
ਉਹ ਆਪਣੇ ਵਿਜ਼ਨ ਨਾਲ ਵੇਖਦੇ, ਆਪਣੇ ਨਜ਼ਰੀਏ ਨਾਲ ਵੇਖਦੇ ਆ। ਇਸ ਕਰਕੇ ਪਾਦਾ ਜੀ ਨਾਲ ਲੜ ਪਏ ਤੇ ਪਾਦਾ ਜੀ ਹੱਥ ਜੋੜ ਕੇ ਕਹਿੰਦੇ ਮੈਂ ਕਿਵੇਂ ਪੜ੍ਹਾਵਾਂ, ਕਿਹੜੀ ਪੜ੍ਹਾਈ ਪੜ੍ਹਾਵਾਂ। ਕਹਿੰਦੇ ਹੁਣ ਕਿਹੜੀਆਂ ਗੱਲਾਂ ਤੇ ਆ ਗਏ। ਪਿਤਾ ਜੀ ਤੋਂ ਜਿੰਨਾ ਕੁ ਹੋਇਆ ਬੋਲੇ ਪਾਦਾ ਜੀ ਦੇ ਸਾਹਮਣੇ, ਪਰ ਪਾਦਾ ਜੀ ਸੋਚਦੇ ਆ ਵੀ ਇਹ ਸੁਣਦੇ ਹੀ ਨਹੀਂ, ਮੈਂ ਸੁਣਾਉਣੀ ਚਾਹੁੰਦਾ। ਹਰ ਗੱਲ ਵਿੱਚ ਵਿਚਾਲੇ ਕੱਟ ਕੇ ਅੱਗੋਂ ਜਵਾਬ ਦਿੰਦੇ ਨੇ। ਹੁਣ ਬੋਲਿਓ ਮਨ ਸੋ ਕਰ ਬੰਧਨ, ਵਿਦਿਆ ਨਿਪੁੰਨੰਗ ਕਮਤ ਨਿਕੰਦਨ। ਹੱਥ ਜੋੜ ਕੇ ਪਾਦਾ ਜੀ ਕਹਿੰਦੇ ਕਲਿਆਣ ਚੰਦ ਜੀ ਮੇਰੀ ਇੱਕ ਬੇਨਤੀ ਸੁਣ ਲਓ। ਮੈਂ ਇਹ ਕਦੇ ਵੀ ਨਹੀਂ ਕਿਹਾ ਵੀ ਤੁਹਾਡਾ ਪੁੱਤ ਪੜ੍ਹ ਨਹੀਂ ਸਕਦਾ, ਪਰ ਮੈਂ ਇਹ ਵੀ ਕਹਿਣਾ ਵੀ ਮੈਂ ਤੁਹਾਡੇ ਪੁੱਤ ਨੂੰ ਪੜ੍ਹਾ ਨਹੀਂ ਸਕਦਾ। ਆਖੋ ਸਤਿਨਾਮ। ਦੋਨੇ ਗੱਲਾਂ ਅਲੱਗ-ਅਲੱਗ ਨੇ। ਤੁਹਾਡਾ ਪੁੱਤ ਪੜ੍ਹ ਨਹੀਂ ਸਕਦਾ ਤੇ ਮੈਂ ਪੜ੍ਹਾ ਨਹੀਂ ਸਕਦਾ। ਹੁਣ ਦੁਨਿਆਵੀ ਤੌਰ ਤੇ ਮਤਲਬ ਕੱਢਾਂਗੇ ਤੇ ਫਿਰ ਲੜਾਈ ਪੱਕੀ ਹੈ ਵੀ ਉਦੋਂ ਤੇ ਤੂੰ ਕਹਿੰਦਾ ਸੀ ਮੈਂ ਪੜ੍ਹਾ ਦਿਆਂਗਾ, ਮੈਂ ਇਹਨੂੰ ਪਟਵਾਰੀ ਬਣਾ ਦਿਆਂਗਾ, ਅੱਜ ਤੂੰ ਕਹਿੰਦਾ ਇਹ ਪੜ੍ਹ ਨਹੀਂ ਸਕਦਾ। ਬੜੇ ਪਿਆਰ 'ਚ ਬੇਨਤੀ ਕਰਕੇ ਪਾਦਾ ਜੀ ਕਹਿੰਦੇ ਕਲਿਆਣ ਚੰਦ ਜੀ ਪਹਿਲਾਂ ਮੇਰੀ ਬੇਨਤੀ ਸੁਣ ਲਓ। ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸਿਰ ਮੱਥੇ ਰੱਖੀਆਂ, ਪਾਠਸ਼ਾਲਾ ਹੈ ਹੀ ਪੜ੍ਹਨ ਵਾਸਤੇ ਹੈ, ਪਰ ਇੱਕ ਅਰਜ਼ ਹੈ ਨਾਨਕ ਨੂੰ ਪੜ੍ਹਾਉਣ ਵਾਲਾ ਜੱਗ ਤੇ ਕੋਈ ਜੰਮਿਆ ਹੀ ਨਹੀਂ। ਆਖੋ ਸਤਿਨਾਮ। ਜਦੋਂ ਇਹ ਸ਼ਬਦ ਕਹਿਤਾ ਬਾਪੂ ਜੀ ਨੂੰ ਗੁੱਸਾ ਹੋਰ ਆ ਗਿਆ ਵੀ ਇਹ ਤੇ ਮੇਰੇ ਪੁੱਤ ਨੂੰ ਇੰਨਾ ਨਲਾਇਕ ਕਹਿੰਦਾ ਵੀ ਕੋਈ ਪੜ੍ਹਾਈ ਨਹੀਂ ਸਕਦਾ। ਹੁਣ ਦੁਨਿਆਵੀ ਵਿਜ਼ਨ ਹੈ, ਦੁਨਿਆਵੀ ਗੱਲ ਤੇ ਇਹੀ ਮਤਲਬ ਹੋਇਆ ਨਾ ਵੀ ਇਹਨੂੰ ਕੋਈ ਪੜ੍ਹਾ ਹੀ ਨਹੀਂ ਸਕਦਾ। ਇਹਦਾ ਭਾਵ ਕੀ ਹੈ ਵੀ ਇੰਨੇ ਨਲਾਇਕ ਨਹੀਂ। ਉਹ ਪਾਦਾ ਤੇ ਆਪਣੀ ਭਾਵਨਾ ਤੋਂ ਬੋਲਦਾ, ਬਾਪੂ ਦੇ ਭਾਵਨਾ ਦੇ ਨੇੜੇ ਵੀ ਨਹੀਂ ਹੈ। ਪਾਦਾ ਜੀ ਕਹਿੰਦੇ ਇਹ ਮਨੋ ਵਿਗਿਆਨੀ ਨੇ, ਇਹ ਵਿਦਿਆ ਵਿੱਚ ਨਿਪੁੰਨ ਹਨ। ਜਦੋਂ ਹੁਣ ਇਹ ਗੱਲਾਂ ਸੁਣੀਆਂ ਫਿਰ ਪਿਤਾ ਜੀ ਸ਼ਾਂਤ ਹੋ ਗਏ ਵੀ ਇਹ ਤੇ ਆਪਣੇ ਪੱਖ ਦੀ ਗੱਲ ਕਰਦਾ ਹੈ। ਮੈਂ ਕਿਹਾ ਵੀ ਭਰਮ 'ਚ ਪੈ ਗਿਆ ਸੀ, ਕਿਉਂਕਿ ਕੋਈ ਵੀ ਗੱਲ ਹੈ ਉਹਦੀ ਸ਼ੁਰੂਆਤ ਹੋਰ ਹੈ, ਡੈਡਲਾਈਨ ਹੋਰ ਹੈ, ਡੈਡਲੌਕ ਹੋਰ ਹੈ ਕਿਸੇ ਵੀ ਗੱਲ ਦਾ। ਅਸੀਂ ਉਸ ਪਾਸੇ ਨਹੀਂ ਜਾਂਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੇਖ ਰਹੇ ਕਦੇ ਪਾਦਾ ਜੀ ਵੱਲ ਕਦੇ ਪਿਤਾ ਜੀ ਵੱਲ। ਪਾਦਾ ਜੀ ਹੱਥ ਜੋੜ ਨੇਤਰਾਂ 'ਚੋਂ ਅੱਥਰੂ ਵਹਾ ਕੇ ਕਹਿੰਦੇ ਕਲਿਆਣ ਚੰਦ ਜੀ ਭਾਗਾਂ ਵਾਲੇ ਹੋ ਤੁਸੀਂ, ਐਸਾ ਪੁੱਤਰ ਤੁਹਾਡੇ ਵਿਹੜੇ ਹੋਇਆ ਜਿਹਨੇ ਮੈਨੂੰ ਤਾਰ ਦਿੱਤਾ। ਮੇਰੇ ਭਾਗ ਜਾ ਕੇ ਮੈਨੂੰ ਨਾਨਕ ਜੀ ਦੇ ਦਰਸ਼ਨ ਹੋਏ। ਜਦ ਇਹ ਬਚਨ ਪਾਦਾ ਜੀ ਨੇ ਆਖੇ ਤੇ ਪਿਤਾ ਜੀ ਨਰਮ ਪੈ ਗਏ ਵੀ ਸੋਚਿਆ ਮੈਂ ਕੁਝ ਹੋਰ ਸੀ ਤੇ ਹੈ ਹੀ ਕੁਝ ਹੋਰ। ਆਖੋ ਸਤਿਨਾਮ। ਉੱਥੇ ਲੜ ਪਏ ਸੀ ਆ ਕੇ ਪਾਦਾ ਜੀ ਨਾਲ ਵੀ ਤੂੰ ਕਹਿੰਦਾ ਮੇਰਾ ਪੁੱਤ ਲੈਗ ਨਹੀਂ ਕਿਸੇ ਦੇ। ਉਦੋਂ ਤੂੰ ਕਹਿੰਦਾ ਸੀ ਜਿੱਦਣ ਤੈਨੂੰ ਪੱਗ ਦਿੱਤੀ ਗਈ, ਭੇਟਾ ਦਿੱਤੀ, ਸ਼ੁਰੂਆਤ ਕੀਤੀ ਵੀ ਤੇਰਾ ਪੁੱਤ ਤੇ ਪੜ੍ਹਦਾ ਹੀ ਬੜਾ ਪਹਿਲੇ, ਹੁਣ ਕੀ ਹੋ ਗਿਆ। ਪਰ ਹੁਣ ਸਮਝ ਆ ਗਈ ਨਾ। ਪਾਦਾ ਜੀ ਕਹਿੰਦੇ ਇਹ ਬਹੁਤ ਗਹਿਰੇ ਨੇ, ਇਹ ਹਰ ਪ੍ਰਕਾਰ ਦੀ ਵਿਦਿਆ ਜਾਣਦੇ ਆ। ਮੇਰੀ ਵਿਦਿਆ ਇਹਨਾਂ ਦੇ ਸਨਮੁਖ ਕੁਛ ਵੀ ਨਹੀਂ ਹੈ। ਇਸ ਤੇ ਅਧਿਕ ਜੋ ਹੋਈ ਪੜਾਵੇ, ਜਗਤ ਮਾਹੀ ਸਮ ਕੋ ਨਾ ਦਿਸਾਵੇ। ਪਿਤਾ ਜੀ ਥੋੜੇ ਜੀ ਸੋਚ ਕੇ ਬੋਲਣ ਲੱਗੇ ਆ, ਕਿਉਂਕਿ ਉਹ ਆਪਣੀ ਦੁਨਿਆਵੀ ਤੌਰ ਤੇ ਗੱਲ ਕਰਦੇ। ਕਹਿੰਦੇ ਚੰਗਾ ਪਾਦਾ ਜੀ ਜੇ ਤੁਸੀਂ ਨਹੀਂ ਪੜ੍ਹਾ ਸਕਦੇ ਫਿਰ ਕੌਣ ਪੜ੍ਹਾ ਸਕਦਾ। ਪਾਦਾ ਜੀ ਕਹਿੰਦੇ ਜਿਹੜਾ ਇਹਨਾਂ ਤੋਂ ਵੱਧ ਜਾਣਦਾ ਹੋਵੇ, ਪਰ ਵੱਧ ਜਾਣਨ ਵਾਲਾ ਇਸ ਦੁਨੀਆ ਤੇ ਹੈ ਹੀ ਕੋਈ ਨਹੀਂ। ਆਖੋ ਸਤਿਨਾਮ। ਬੜੀ ਸੋਹਣੀ ਗੱਲ ਕੀਤੀ ਵੀ ਇਹਨਾਂ ਨੂੰ ਉਹੀ ਪੜ੍ਹਾ ਸਕਦਾ ਜਿਹੜਾ ਇਹਨਾਂ ਤੋਂ ਵੱਧ ਜਾਣਕਾਰੀ ਰੱਖਦਾ ਹੋਵੇ, ਵੱਧ ਸਿਆਣਾ ਹੋਵੇ, ਵੱਧ ਪੜ੍ਹਿਆ ਹੋਵੇ। ਆਖਰਕਾਰ ਗੱਲ ਕਲੋਜ਼ਰ ਕਰ ਦਿੱਤੀ ਉਹਨਾਂ ਨੇ। ਕਹਿੰਦੇ ਇਹਨਾਂ ਤੋਂ ਵੱਧ ਸਿਆਣਾ, ਇਹਨਾਂ ਤੋਂ ਵੱਧ ਪੜ੍ਹਿਆ ਇਸ ਦੁਨੀਆ ਵਿੱਚ ਕੋਈ ਨਹੀਂ ਹੈ। ਇਹ ਕਿੱਡੀ ਵੱਡੀ ਭਾਵਨਾ ਜੀ। ਭਾਵਨਾ ਪਤਾ ਕਿਹੜੀ ਹੈ? ਨਿਤ ਸ਼ਬਦ ਪੜ੍ਹਦੇ ਆ ਨਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਗੱਲ ਰਾਖੀ ਨੇ। ਉਹ ਭਾਵ ਹੈ ਵੀ ਇਸ ਰੱਬ ਡਾਢੇ ਪਰਮਾਤਮਾ ਤੋਂ ਵੱਡਾ ਕੋਈ ਨਹੀਂ, ਇਹਨਾਂ ਨੂੰ ਕੋਈ ਪੜ੍ਹਾ ਨਹੀਂ ਸਕਦਾ। ਪਿਤਾ ਜੀ ਸੁਣ ਕੇ ਬੜੇ ਅਚਰਜ ਹਨ, ਬੜੇ ਹੈਰਾਨ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਨੇਤਰ ਨੀਵੇਂ ਕਰਕੇ ਬੈਠੇ ਨੇ, ਉਹ ਨਹੀਂ ਵੇਖਦੇ ਹੁਣ ਕਿਸੇ ਨੂੰ। ਪਾਦਾ ਜੀ ਕਹਿੰਦੇ ਇਹਨੂੰ ਪੜ੍ਹਾਇਆ ਨਹੀਂ ਜਾ ਸਕਦਾ। ਇਹ ਹਰ ਵਿਦਿਆ ਨੂੰ ਜਾਣਦੇ ਨੇ, ਹਰ ਵਿਦਿਆ ਵਿੱਚ ਨਿਪੁੰਨ ਹਨ। ਦੋਹਰਾ ਸੁਤ ਕੋ ਸੁਤ ਨਹੀਂ ਜਾਣਿਓ, ਹੈ ਕਿ ਕੋ ਅਵਤਾਰ। ਅਗਲਾ ਵਚਨ ਪਾਦਾ ਜੀ ਕਹਿੰਦੇ ਕਲਿਆਣ ਚੰਦ ਜੀ ਇੱਕ ਮੇਰੀ ਤੁਹਾਡੇ ਸਾਹਮਣੇ ਬੇਨਤੀ ਹੈ ਵੀ ਕਦੇ ਵੀ ਆਪਣੇ ਪੁੱਤ ਨੂੰ ਪੁੱਤ ਨਾ ਸਮਝਿਓ।
की समझना है? कहते ये अवतार ने कोई, ये परमेश्वर ने। हुण पिता जी बड़े हैरान होए भी यार आही गल्लां सारे कही जांदे आ। पहला पंडित जी कहते सी हरिया तेरा पुत रब्बी है, तेरा पुत अगमी है, ये अवतारी है। अज जे मैं पढ़न वास्ते पाठशाला च लेके आया, हुण वो समझ नहीं आउंदी भी ये खैड़ा छड़ाउंदे आ मेरे पुत तो जा सच्ची सत्कार करदे आ जां कोई ऐसी गल लगदी है। क्योंकि शरधा बड़ी वड्डी चीज है। जे शरधा नहीं ना, अखां सामने रब भी आ जाए ना आखे मैं परमात्मा, ते बंदा कहंदा लिया फिर चंगा पैन कार्ड विखा ते आधार कार्ड विखाएगा तेरा नास्तिक बंदा। ते जिहनूं शरधा ना ਉਹ ਰੱਬ हर एक परसन विच, हर एक व्यक्ति विच देखदा है, हर रुख विच, हर पंछी विच उहनूं नज़र आउंदा है। इह ते गल शरधा नहीं। बड़ियां गल्लां अपने इर्द गिर्द रोज़ हुंदियां ने, जद साडा उस गल नाल मतलब कोई नहीं हुंदा ते सानूं फजूल लगदियां। जिद्दण असीं उस गल दे नेड़े हुंदे आ ते सानूं ਉਹ गल्लां बड़ियां गहरीਆਂ लगदियां ने। गुरु नानक साहिब दे पिता जी कहण लगे पादा जी तुसीं की किहा? ਉਹ ਕਹਿੰਦੇ मैं सच किहा। ਇਹ कोई अवतारी पुरुष ने ਪਹਿਲਾਂ ਤੋਂ ਹੀ ਪੜ੍ਹੇ ਹੋਏ ਨੇ। ਮੈਂ ਇਹਨਾਂ ਨੂੰ ਇੱਕ ਪਹਾੜਾ ਪੜਾਉਣਾ, ਇਹਨਾਂ ਮੇਰੀ ਵਿਦਿਆ ਦਾ ਐਂਡ ਕਰਤਾ ਸਾਥੀ। ਜੋ ਮਰਜ਼ੀ ਇਹਨਾਂ ਤੋਂ ਸੁਣ ਲਓ, ਹਰ ਚੀਜ਼ ਜਾਣਦੇ ਨੇ। ਬਿਨਾ ਪੜ੍ਹੇ ਹੀ ਪੜ੍ਹ ਰਹਿਓ, ਸੋ ਭਿੰਨ ਪੜਾਵਣ ਹਾਰ। ਤੇ ਫਿਰ ਉਸ ਵੇਲੇ ਉਹਨਾਂ ਨੇ ਪਾਦਾ ਜੀ ਨੇ ਇੱਕ ਬਚਨ ਆਖਿਆ ਸੀ ਉਸ ਬੋਲੀ ਵਿੱਚ, ਬਿਨਾ ਪੜ੍ਹੇ ਹੀ ਪੜ੍ਹ ਰਹੇ ਹੋ ਸੋ ਭਿੰਨ ਪੜਾਵਣ ਹਾਰ। ਕਲਿਆਣ ਚੰਦ ਜੀ बिना पढ़ाया पढ़ी जाते ने, इन्हों किसी ने सिखाया नहीं। इस विद्या की तो इन्हों लोड़ कोई नहीं। जे कोई दुनिया ते होर विद्या तो सिखा के वेख लो। मेरे सामने ते हाथ जुड़े मेरे, मैं नानक जी नहीं पढ़ा सकता। मैं अपने सम्मुख अपने नजरिए विच हाथ जोड़ के कहना जी नानक तो वड्डा ज्ञानी कोई नहीं, इन्हां तो वड्डा महान पुरुष कोई नहीं। पिता अपने पुत वाल वेखते, कदे पादा जी वाल वेखते, पादे दियां अखां बोलदियां ने, अखां च हंझू ने। जद जुबान बेलगाम होके हट जाए ना, जुबान बोलणों हट जाए, फिर मनुख दियां अखां बोलदियां हंझूआं नाल। वो दसदियां दिल च दर्द किन्ना जां खुशी किन्नी है। गुरु नानक साहब महाराज वेख रहे पादा जी वाल, पादा जी दे अथरां अखां चों अथरू तिप तिप डिगणे शुरू हो गए। कहते इन्हां दे कोलों ते मैं बहुत कुछ सीखिया है, इन्हां मैनूं पढ़ाया है। हुण बड़ी हैरानी जी वाली गल है भी एक 6 साल का बच्चा दुनियावी तौर ते एक 60 साल 50 साल के बजुर्ग नूं पढ़ाउंदा है। पिता जी नूं गल पची, क्योंकि ये पंडित हरदयाल जी ने भी कहा सी तुसीं शर्तां नहीं रख सकते। पादा जी ने भी कहता क्यों नहीं रख सकते कि गुरु साहब के पिता जी ऐसे ने। नहीं भाई, गुरु नानक साहब महाराज के पिता जी भागां वाले ने, सानू दुनिया समझाउण वास्ते मर्द ने अपने पिता ते माया बागे चोज वरताए भी रब नूं ते ओहदा परिवार नहीं समझ सकिया। भोलिया तू की चीज आ, खुदा दा नाम तू की जान सकदा, ओहदे बारे जान सकदा। ते जे पिता मां बाप समझ जांदे ना ते फिर रब थोड़ी सी ओह, फिर ते ओह एक दुनियावी अवतार सी जिन्हों जान लिया अवतारी पुरुष है रब। और रब नूं कौन समझ सकदा दुनिया ते? है कोई जमिया जिहदा अंत पाया नहीं जा सकता, जिहदे बारे सोचिया समझिया नहीं जा सकता। तुसीं जिथे तक भी सोच लोगे साडी सोच छोटी है, बेअंत है, बेअंत है, पारावार तो रहत है। उस पार ब्रह्म परमेश्वर के परथाए पादा जी ने बड़े बोल कह दिते, कहंदे ये सब कुछ पढ़े हुए ने, ये दुनिया नूं पढ़ाउण आए ने। सो पढ़े इस पढ़ने के पढ़ न ख्याले, सब करता जो विद्या जाले। कल्याण चंद जी इन्हां नूं पढ़ाउण दे चक्करां च ना पाओ। जा पढ़ने के परो ना ख्याले, सब करता विद्या के जाले। कहते दुनिया विच जिन्नी विद्या है, जिन्नियां बोलियां ने, सब दे करता नानक जी आप ने। आखो सतनाम। इसे करके बाणी विच सतगुर कहंदे ने करता पुरख, विच करता पुरख खलोआ बाल ना बिंगा हो। करता किनू कहंदे आ? कर नाम हथ दा, ता नाम लोर दा। जिन्हें अपने हत्थां दे विच दुनिया नूं बनाउण दी डोरी रखी ते ढाउण दी डोरी रखी ना, वो करतार ते करता कहंदे आ। वो परमेश्वर है क्रिएटिव, जो सब कुछ बनाउंदा है, जिन्हों सैल्फ क्रिएटिव कहा जाए, जो अपने आप तो है, सहभंग है। ਉਹਦੇ ਬਾਰੇ कौन जान सकता ये है की है।
पादा जी ने किवें जाणिया? क्योंकि गुरु साहब ने जड़ाया है। गुरु नानक साहब महाराज अपने पिता नूं अपना भेद नहीं दे रहे ते पादा जी नूं भेद देता अपना। करती ना किरपा फिर, किड्डी वड्डी गल है। पिता जी नाल रह के बच्चे नूं पाल के नहीं समझ पा रहे मेरा पुੱਤ परमेश्वर है। पादे कोल 2 दिन गए आ महाराज, 2 दिन च ही मत देती जिहड़ी पादे नूं कदे नहीं सी आई। ब्रह्म ज्ञानी बनाता। कहते कल्याण चंद जी इन्हां नूं पढ़ाउण दे चक्करां च ना पाओ। विद्या की जाला, दुनिया की हर विद्या, हर सियाणप, हर पढ़ाई ये खुद ब खुद बनाउण वाले ते जग नूं सिखाउण वाले आ। कहते चलो जो पादा जी दीयां गल्लां सुनिया, हुण बापू जी की सैटिस्फैक्शन नहीं है, संतुष्टि नहीं है। क्योंकि जिहड़ा पिता अपने पुੱਤ नूं पढ़ाउण वास्ते चलिया भी मेरा पुੱਤ मैथमैटिक्स सिखे, मेरा पुੱਤ पटवारी बन जे, हिसाबी किताबी हो जे, उहनूं ये गल्लां थोड़ा हजम होंदियां ने भी मेरा बच्चा बिना स्कूल कॉलेज गया, बिना पाठशाला गया किवें पढ़ गया। विश्व को धर्मी ने पर इस वक्त तो धर्मी नहीं ने, इस वक्त तो विचारवान नहीं ने। जो पादा जी के वचनों को सुनिया कहते पिता जी बड़े आश्चर्य हुए, हैरान हुए, कुछ भी समझ आउंदा नहीं। दीप दीपाए बिरतास समाही, धम हरबे को नर उदताई। इते आप सूरज के समान धरती का हनेरा दूर करने वास्ते आए ने। पादा जी मेरी की औकात है, मैं एक मोमबत्ती एक दीवा बन के सूरज नूं रोशनी विखावां, मैथों नहीं पढ़ाया जाना। मैं माफी मंगदा तुहाडे दुनियावी तौर ते नानक जी नूं मैं पढ़ा के शर्मिंदा होना। मैं ते इन्हां नूं पहले दिन पढ़ा के जिहड़ियां गलतियां कीतियां झड़क के अज तक उन्हां दी खिमा जाचना करदा। आखो सतनाम। क्यों? वो पछाणदे ये मेरा यार सज्जन है, ये मेरा प्यारा है, ये मेरा प्रभु परमेश्वर है। पर पिता जी नहीं जानते, गुरु साहब नहीं जड़ा रहे। सतगुरां उन्हां तो पर्दा रखिया होया है। कहते पादा जी रो पए अंदरों फुट फुट के, क्योंकि दुख इस गल दा है जिसनूं असीं पछाणिया तुसीं क्यों नहीं पछाणिया, जिहदी सार सानूं भी पता लग गई है कौन है। कल्याण चंद जी तुसीं क्यों नहीं जान सके? वो अपने आप नूं इदां बोलदे पादा जी अंदरों। गुरु नानक साहब महाराज ने नज़र भर के जो पादा जी वल तकिया, खुशी दी नज़रां सी गुरु साहब दीयां, उम्र भावे छोटी है। कहते पादा जी इन्ने खुश होए, अखां दे अथरू बंद हो गए। किन्नी कशिश होनी उन्हां नज़रां दे विच, जिन्हां नाल भर के तकिया पादा जी संतुष्ट हो गए। दीपक ते क्या होए प्रकाशा, फीकी प्रभा पर अगतसा। गुरु साहब दे पिता जी तो पादा जी माफी मंगते, कहते मैं नहीं पढ़ा सकदा, मेरी की औकात है एक टटैना सूरज के सामने जाके जगमग करे, उसे दिसदा भी नहीं है। हाँ कल्याण चंद जी हो सकता है तुसी मेरी इस अवस्था नूं नहीं जान सकते, तुसी नहीं समझ सकते। हुण वेखो दर्द तुहाडे हो रहा है, तुसी कह ही सकते हो मेरे दर्द हुंदा है, ते जिहड़े कोल बैठे हो इक्को ही सलाह देणगे पेन किलर रब ला फिरा लेगा ठीक हो जाएगा। ਤੁਹਾਨੂੰ ਕੀ ਪਤਾ ਉਹਦੇ ਦਰਦ ਕਿੱਥੇ ਕਿਵੇਂ ਕਿਹੋ ਜਿਹਾ ਹੋ ਰਿਹਾ ਹੈ। ਉੱਥੇ ਜਿਹੜਾ ਝੱਲਦਾ ਉਹੀ ਜਾਣਦਾ। ਆਨੰਦ ਵੀ, ਖੁਸ਼ੀ ਵੀ, ਸੁੱਖ ਵੀ ਜਿਹਨੇ ਪ੍ਰਾਪਤ ਕੀਤੇ ਉਸੇ ਨੂੰ ਪਤਾ, ਦੂਜਾ ਕਿਸੇ ਦੀ ਕੀ ਸਾਰ ਜਾਣਦਾ, ਭਾਵੇਂ ਸੁੱਖ ਹੋਵੇ ਜਾਂ ਦੁੱਖ ਹੋਵੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਬੈਠੇ ਪਾਦਾ ਜੀ ਕਹਿੰਦੇ ਕਲਿਆਣ ਚੰਦ ਜੀ ਇਹ ਆਨੰਦਤ ਹਨ, ਪਰਮਾਤਮਾ ਹਨ, ਅਨਾਦਿ ਹਨ। ਇਹਨਾਂ ਦੇ ਸਾਹਮਣੇ ਦੁਬਾਰਾ ਮੈਂ ਇਹੋ ਜਿਹੀ ਹੋਛੀ ਗੱਲ ਕਰਾਂ ਤੇ ਮੈਂ ਸ਼ਰਮਿੰਦਾ। किरपा करके नानक जी को घर लै जाओ। ये बड़े अदब नाल कहता है। दो गल्लां होंदियां ने, एक ते अगला कहता है भी ये पढ़दा पुढ़दा नहीं घरे लै जाएगा, ये हो गई दुनियावी गल। एक कहता मैं पढ़ा ही नहीं सकता, ये बड़े महान महापुरख हैं, ये ज्ञान ध्यान दे धनी ने, मेरे को अल्फाज ही कोई नहीं, मैं पढ़ावा ही ना, शब्द कोई नहीं है। पिता जी सुन के खुश जरूर होए ने, दुनियावी तौर पर संतुष्ट नहीं होए, क्योंकि खुशी पाउण वाला बंदा कदे संतुष्ट नहीं हुंदा। संतुष्ट केवल वो होएगा जिन्हें आनंद पाया। बाणी कहती ना आनंद पाया मेरी माए सतगुरु मैं पाया। जब गुरु प्राप्त होया आनंद ते उदों मिले। खुशियां दुनिया दियां ने, अज आपां खुशियां कल दुखियां, कल दुखी ते अज खुशियां, ये ते चलदा रहिंदा। आनंद वाला दुखी नहीं हुंदा। पादा जी आनंदित हन, पिता जी खुश हो गए। सुत
ਉਸਤ ਸੁਣ ਸਰੋਤਮ ਹੀ ਕਾਲੂ ਬਿਨ ਸ਼ਰਦਾ ਔਰ ਹਰਖ ਵਿਸਾਲੋ। ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਪਿਤਾ ਬਿਨਾਂ ਸ਼ਰਧਾ ਤੋਂ ਆਪਣੇ ਪੁੱਤ ਦੀ ਤਾਰੀਫ ਸੁਣ ਕੇ ਵਕਤੀ ਤੌਰ ਤੇ ਖੁਸ਼ ਹੋਏ। ਵਕਤੀ ਤੌਰ ਸ਼ਬਦ ਵਰਤਿਆ ਮਤਲਬ ਖੁਸ਼ੀ ਸਦੀਵ ਨਹੀਂ ਹੈ, ਬਹੁਤੀ ਦੇਰ ਨਹੀਂ ਰਹਿੰਦੀ। ਇਹ ਤੇ ਇੱਕ ਪੈਰਾਮੀਟਰ ਹੈ, ਕਿੰਨੀ ਕੁ ਦੇਰ ਬੰਦਾ ਖੁਸ਼ ਹੈ। ਸਿਆਣੇ ਕਹਿ ਦਿੰਦੇ, ਕਹਿੰਦੇ ਪੁੱਤ ਹੱਸ ਲਾ, ਜਿੰਨਾ ਹੱਸੇਗਾ ਉਹਨਾਂ ਰੋਏਗਾ। ਉਹਨਾਂ ਨੂੰ ਪਤਾ ਹੈ ਵੀ ਖੁਸ਼ੀਆਂ ਸਦਾ ਨਹੀਂ ਰਹਿੰਦੀਆਂ ਤੇ ਰਹਿੰਦੇ ਦੁੱਖ ਵੀ ਸਦਾ ਨਹੀਂ, ਆਨੰਦ ਸਦਾ ਹੀ ਬਰਕਰਾਰ ਹੈ। ਕਹਿੰਦੇ ਪਿਤਾ ਆਪਣੇ ਪੁੱਤ ਦੀ ਤਾਰੀਫ ਪਾਦੇ ਕੋਲੋਂ ਸੁਣ ਕੇ ਵੀ ਇੰਟੈਲੀਜੈਂਟ ਹੈ, ਸਿਆਣਾ ਹੈ, ਬੁੱਧੀਮਾਨ ਹੈ, ਬੜੇ ਖੁਸ਼ ਹੋਏ। ਪਰ ਕਹਿੰਦੇ ਸ਼ਰਧਾ ਸ਼ਰਧਾ ਨਹੀਂ ਆਈ, ਆਖੋ ਸਤਿਨਾਮ ਨਹੀਂ ਆਈ। ਸੁਭਾਵਿਕ ਗੱਲ ਹੈ, ਸਾਡੇ ਪਰਿਵਾਰ ਦੇ ਵਿੱਚੋਂ ਕੋਈ ਬੰਦਾ ਰੋਜ਼ ਸਵੇਰੇ ਉੱਠਣ ਲੱਗ ਜੇ, ਨਾਮ ਜਪਣ ਲੱਗ ਜੇ ਤੇ ਸਾਡਾ ਟੱਬਰ ਪਤਾ ਕੀ ਕਹਿੰਦਾ, ਲੈ 100 ਚੂਹਾ ਖਾ ਕੇ ਬਿੱਲੀ ਹੱਥ ਨੂੰ ਚੱਲੀ। ਕਰਦੇ ਆ ਨਾ ਗੱਲਾਂ ਲੋਕੀ, ਕਿਉਂ ਕਰਦੇ? ਕਿਉਂਕਿ ਉਹਨਾਂ ਨੂੰ ਲੱਗਦਾ ਸੀ ਜਿਹੋ ਜੇ ਪਹਿਲਾਂ ਸੀ ਉਹ ਜਿਹੇ ਹੀ ਹਾਂ, ਤੇ ਇਹੋ ਜਿਹੇ ਕਲਯੁਗੀ ਲੋਕ ਕਿਸੇ ਨੂੰ ਅੱਗੇ ਵਧਣ ਨਹੀਂ ਦਿੰਦੇ। ਇੱਕੋ ਹੀ ਜਵਾਬ ਹੈ ਭਾਈ, ਚਲੋ ਸ਼ੁਕਰ ਕਰੋ ਬਿੱਲੀ ਚੱਲੀ ਤੇ ਸਹੀ ਹੱਦ ਨੂੰ। ਕਈ ਬਿੱਲੇ ਤੇ ਲੋਕਾਂ ਦਾ ਮੂੰਹ ਚੜਦੇ ਰਹਿ ਗਏ, ਆਖੋ ਸਤਿਨਾਮ। ਉਹ ਕਰ ਜਾਣਗੇ ਹੱਦ ਨੂੰ, ਚੱਲੇ ਤੇ ਹੈ ਨਾ, ਜਾ ਤੇ ਰਹੀ ਹੈ ਨਾ, ਸੋਚਿਆ ਤੇ ਹੈ ਕੁਛ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਕਲਿਆਣ ਚੰਦ ਜੋ ਪੂਜਨੀਕ ਹਨ, ਸਤਿਕਾਰਯੋਗ ਨੇ। ਭਾਈ ਬਾਲਾ ਜੀ ਕਹਿੰਦੇ ਸ਼ਰਧਾ ਸ਼ੁਰਧਾ ਨਾਮ ਦੀ ਚੀਜ਼ ਕੋਈ ਨਹੀਂ। ਪੁੱਤਰ ਦੇ ਗੁਣ ਸ਼ਰਧਾ ਬਣਾਉਂਦਾ ਜੀ। ਤੁਹਾਨੂੰ ਕੋਈ ਆ ਕੇ ਆਖੇ ਤੁਹਾਡਾ ਪੁੱਤ ਬੜਾ ਮਹਾਨ ਹੈ, ਕਹਿੰਦਾ ਮੈਨੂੰ ਪਤਾ ਹੈ ਕੀ ਕਰਦਾ। ਕੋਈ ਸਾਨੂੰ ਆ ਕੇ ਆਖੇ ਤੇਰਾ ਬਾਪੂ ਬੜਾ ਮਹਾਨ ਹੈ, ਸਾਨੂੰ ਪਤਾ ਹੁੰਦਾ ਵੀ ਤੇ ਗਾਲਾਂ ਸਾਨੂੰ ਟਗੇ ਟਗੇ ਦੇ ਵੜਦਾ, ਇਹ ਮਹਾਨ ਕਿਹੜੇ ਪਾਸੇ ਤੂੰ ਹੈ। ਪਰਿਵਾਰ ਦੇ ਮੈਂਬਰਾਂ ਤੇ ਸ਼ਰਧਾ ਨਹੀਂ ਬਣਦੀ, ਜਿੱਡਾ ਮਰਜੀ ਮਹਾਨ ਹੋਵੇ, ਗੁਰੂ ਸਾਹਿਬ ਦੇ ਪਿਤਾ ਦੀ ਸ਼ਰਧਾ ਨਹੀਂ ਬਣਾ ਸਕੇ, ਖੁਸ਼ ਜ਼ਰੂਰ ਨੇ। ਹੁਣ ਇੱਥੇ ਦੋ ਚੀਜ਼ਾਂ ਸਾਹਮਣੇ ਆ ਗਈਆਂ ਨਾ, ਇੱਕ ਖੁਸ਼ੀ, ਦੂਜਾ ਆਨੰਦ। ਆਨੰਦ ਵਾਲਾ ਕਹਿੰਦਾ ਬਸ ਆਉਂਦੇ ਜਾਂਦੇ ਦੀਦਾਰ ਦੇ ਦਿਓ, ਮੈਂ ਤੁਹਾਡੇ ਲਈ ਕੁਝ ਨਹੀਂ ਕਰ ਸਕਦਾ। ਤੇ ਖੁਸ਼ੀ ਵਾਲਾ ਕਹਿੰਦਾ ਤੇਰੇ ਲਈ ਤਾਰੇ ਤੋੜ ਲਿਆਉਂਗਾ, ਤੇਰੇ ਲਈ ਆਹ ਕਰ ਦੂੰਗਾ। ਉਹ ਤੇ ਗੱਲ ਨਹੀਂ ਹੁੰਦੀ। ਪਿਤਾ ਜੀ ਕਹਿੰਦੇ ਪਾਦਾ ਜੀ ਧੰਨਵਾਦ ਤੁਹਾਡਾ, ਤੁਸੀਂ ਮੇਰੇ ਪੁੱਤਰ ਨੂੰ ਬੜਾ ਸਲਾਹਿਆ। ਦੁਨਿਆਵੀ ਬਿਰਤੀ ਵਾਲਾ ਬੰਦਾ ਤੇ ਸਿਫਤ ਸੁਣ ਕੇ ਖੁਸ਼ ਹੈ, ਖੁਰਾਕ ਪੂਰੀ ਹੈ, ਕਿਸੇ ਹੋਰ ਵਸਤੂ ਦੀ ਲੋੜ ਕੋਈ ਨਹੀਂ। ਹਟ ਕਰ ਘਰ ਆਵਤ ਪਾਸੋ ਕਰਨ ਲੱਗਿਓ ਕਾਰਜ ਨਿਜ ਜੋ। ਤੇ ਪਿਤਾ ਜੀ ਆਪਣੇ ਪੁੱਤਰ ਦੀ ਫੜ ਕੇ ਉਂਗਲ ਕਹਿੰਦੇ ਚੱਲ ਪੁੱਤ ਫਿਰ ਤੂੰ ਪੜ ਲਿਆ। ਦੇਖ ਲਓ ਉੱਠਦੇ ਉੱਠਦੇ ਫਿਰ ਰਮਜ ਮਾਰੀ ਗਏ, ਆਖੋ ਸਤਿਨਾਮ। ਤਾਨਾ ਮਾਰ ਕੇ ਫਿਰ ਪਿਤਾ ਜੀ ਕਹਿੰਦੇ ਚੱਲ ਪੜ ਲੈ ਜਿੰਨਾ ਪੜਨਾ ਸੀ, ਚੱਲੀਏ ਘਰ ਨੂੰ। ਗੁਰੂ ਸਾਹਿਬ ਉੱਠੇ ਤੇ ਪਾਦਾ ਜੀ ਨੇ ਨਮਸਕਾਰ ਕੀਤੀ, ਘਰ ਨੂੰ ਆ ਗਏ। ਬਾਪੂ ਦੇ ਮਨ 'ਚ ਗੁੱਸਾ ਹੈ ਵੀ ਮੈਂ ਮੁੰਡੀ ਨੂੰ ਹੁਣ ਪੜਾਉਣਾ। ਇਹ ਵਕਤੀ ਤੌਰ ਦਾ ਗੁੱਸਾ ਹੈ ਵੀ ਮੈਂ ਪਾਦੇ ਕੋਲ ਲੈ ਕੇ ਗਿਆ, ਉੱਥੇ ਜਾ ਕੇ ਗਿਆਨੀ ਬਣ ਗਿਆ, ਬੜਾ ਸਿਆਣਾ ਬਣਿਆ ਬੈਠਾ, ਪਾਦੇ ਨੂੰ ਪੜਾਉਣ ਲੱਗ ਗਿਆ। ਘਰੇ ਕੁਛ ਪੁੱਛ ਲੋ, ਇਹਨੂੰ ਯਾਦ ਕੁਛ ਨਹੀਂ। ਕਹਿੰਦੇ ਪਿਤਾ ਜੀ ਨੇ ਲਿਆ ਕੇ ਘਰੇ ਛੱਡ ਦਿੱਤਾ, ਆਪਣੇ ਕੰਮ ਤੇ ਆ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੋਈ ਫਰਕ ਨਹੀਂ ਹੈ, ਉਹ ਆਨੰਦਤ ਨੇ, ਉਹ ਸਰੂਪ ਪਰਮਾਤਮਾ ਦੇ। ਕਹਿੰਦੇ ਘਰੇ ਆਏ, ਆਉਣ ਸਾਰ ਉਹਨਾਂ ਨੇ ਮਾਤਾ ਕੋਲ ਵੀ ਬੈਠਣਾ ਪਸੰਦ ਨਹੀਂ ਕੀਤਾ, ਮਿੱਟੀ 'ਚ ਖੇਡਣ ਲੱਗ ਗਏ। ਮਿੱਤਰ ਦੋਸਤ ਆ ਗਏ, ਉਹਨਾਂ ਨਾਲ ਖੇਡਾਂ ਖੇਡਦੇ ਹਨ। ਸ੍ਰੀ ਨਾਨਕ ਕੀ ਇੱਛ ਜਹਵਾ ਵਿਚਰੈ ਬਾਲਕ ਮਿਲਤ ਹੈਵਾ। ਕਵੀ ਕਹਿੰਦੇ ਗੁਰੂ ਸਾਹਿਬ ਆਪਣੀ ਇੱਛਾ ਦੇ ਮੁਤਾਬਕ ਬੱਚਿਆਂ ਨਾਲ ਘੁੰਮਦੇ ਫਿਰਦੇ, ਫ੍ਰੀ ਮਾਈਂਡ ਹੋ ਗਏ। ਕਿਸੇ ਪਾਠਸ਼ਾਲਾ ਨਹੀਂ ਜਾਣਾ, ਕਿਸੇ ਸਕੂਲ ਨਹੀਂ ਜਾਣਾ। ਹਲੇ ਹੁਣ ਕਰੋਨਾ ਦਾ ਸਮਾਂ ਚੱਲਦਾ, ਮੈਂ ਕਹਿੰਦਾ ਬੱਚਿਆਂ ਦੀ ਖੁਸ਼ੀਆਂ ਦੇ ਵੇਖੋ ਰੰਗ ਲਾਲ ਹੋਏ ਪਏ ਆ, ਐਪਲ ਵਰਗੇ ਹੋਏ ਪਏ। ਕਿਉਂ? ਉਹ ਪਤਾ ਆਪਾਂ ਸਕੂਲ ਸਕਾਲ ਨਹੀਂ ਜਾਣਾ ਕਿਤੇ। ਤੇ ਜਿੱਦਣ ਸਕੂਲ ਲੱਗੇ, ਮੈਂ ਕਹਿੰਦਾ ਸਾਰਿਆਂ ਤੋਂ ਮਾੜਾ ਦੌਰ ਇਹਨਾਂ ਦਾ ਹੀ ਹੋਣਾ। ਖੁਦਾ ਦਾ ਨਾਮ, ਇੱਕ ਸਾਲ ਖੇਡ ਖੇਡ ਕੇ ਇਹੋ ਜਿਹੀਆਂ ਛੁੱਟੀਆਂ ਅੱਜ ਤੱਕ ਆਈਆਂ ਕਦੇ? ਕਿੱਡੀਆਂ ਮੌਜਾਂ ਲੱਗੀਆਂ ਹੋਈਆਂ। ਆਪਣੇ ਕਾਲ 'ਚ ਕਦੇ ਇਹੋ ਜਿਹਾ ਸਮਾਂ ਹੀ ਨਹੀਂ ਆਇਆ ਭਾਗਾਂ। ਸਾਨੂੰ ਤੇ ਸ਼ਨੀਵਾਰ ਐਤਵਾਰ ਦਾ ਹੀ ਬੜਾ ਚਾਅ ਹੁੰਦਾ ਸੀ, ਤੇ ਉਹ ਵੀ ਲੰਘ ਜਾਂਦਾ ਸੀ ਸੁੱਤੇ ਪਿਆ, ਕਈ ਵਾਰ ਖੇਡਦੇ ਵੀ ਦੁਬਾਰਾ ਫੇਰ ਸੋਮਵਾਰ ਆ ਗਿਆ। ਪਰ ਅੱਜ ਮੌਜਾਂ ਕਿੰਨੀਆਂ ਨੇ। ਤੇ ਗੁਰੂ ਸਾਹਿਬ ਕਹਿੰਦੇ ਐਡੇ ਆਨੰਦਤ, ਪਾਠਸ਼ਾਲਾ ਤੋਂ ਪੱਕੀ ਛੁੱਟੀ ਮਿਲ ਗਈ, ਜਾਣਾ ਕੋਈ ਨਹੀਂ। ਬੱਚਿਆਂ ਨਾਲ ਕਹਿੰਦੇ ਘੁੰਮਦੇ ਫਿਰਦੇ, ਆਨੰਦ ਮਾਣਦੇ ਫਿਰਦੇ, ਸ਼ਾਮ ਸ਼ਾਮ ਤੱਕ ਘਰੇ ਨਹੀਂ ਹੁੰਦੇ। ਤੇ ਬਾਪੂ ਚੁੱਪ ਕਿਉਂ ਹੈ? ਚੁੱਪ ਜ਼ਰੂਰ ਆ, ਵੇਖਦਾ। ਕਹਿੰਦਾ ਉੱਥੇ ਵੱਡਾ ਗਿਆਨੀ ਬਣਿਆ ਫਿਰਦਾ, ਇੱਥੇ ਘਰੇ ਨਹੀਂ ਵੜਦਾ। ਰੋਜ਼ ਲੋਕੀ ਕਿਆ ਕਰਨ, ਤੇਰਾ ਪੁੱਤ ਬੜਾ ਸਿਆਣਾ, ਸੁਣ ਕੇ ਚੁੱਪ ਹੋ ਜਾ ਕਰੇ। ਹੁਣ ਪਿਤਾ ਜੀ ਕੋਈ ਐਕਸ਼ਨ ਦਾ ਰਿਐਕਸ਼ਨ ਨਹੀਂ ਦਿੰਦੇ, ਕਿਸੇ ਨੂੰ ਕੁਛ ਨਹੀਂ ਬੋਲਦੇ, ਬਸ ਵੇਖ ਰਹੇ ਨੇ ਨਾਨਕ ਕਰਦੇ ਕੀ ਨੇ। ਦੋਹਰਾ
ਮਸਤਕ ਆਜਤ ਦੀਪਤ ਦੁੱਤ ਚਿਤ ਮੋਹਿਤ ਨਰ ਬਾਲ। ਹੁਣ ਗੁਰੂ ਸਾਹਿਬ ਜਦੋਂ ਬੱਚਿਆਂ ਵਿੱਚ ਖੇਡਦੇ ਆ, ਪਿਤਾ ਜੀ ਖੇਡਦੇ ਵੇਖ ਲੈਂਦੇ ਆ, ਕਹਿੰਦੇ ਮਸਤਕ ਦੇਖ, ਮੱਥਾ ਵੇਖ, ਇਹਨਾਂ ਦੀ ਖੁਸ਼ੀ ਵੇਖ ਖੁਸ਼ ਹੋ ਜਾਂਦੇ ਆ। ਪਰ ਇਹ ਖੁਸ਼ੀ ਟੈਂਪਰੇਰੀ ਸੀ, ਅੰਦਰ ਤੇ ਉਹੀ ਗਮ ਹੈ ਕਿ ਪੜੂਗਾ ਕਿ ਨਹੀਂ, ਪਟਵਾਰੀ ਬਣੂਗਾ ਕਿ ਨਹੀਂ। ਇਹ ਤੇ ਹੁਣ ਇੱਕ ਪਿਤਾ ਨੂੰ ਪਤਾ ਨਾ, ਉਹ ਆਪਣੇ ਬੱਚਿਆਂ ਲਈ ਕਿੱਦਾਂ ਸੰਘਰਸ਼ ਕਰਦਾ ਹੈ, ਉਹ ਕਿੱਦਾਂ ਦਿਨ ਰਾਤ ਤਰਲੋ ਮੱਚੀ ਹੁੰਦਾ ਵੀ ਜੇ ਕੁਝ ਬਣ ਜਾਏ, ਕੱਲ ਨੂੰ ਅਸੀਂ ਮਰ ਗਏ ਤਾਂ ਕੀ ਬਣੂਗਾ। ਹਰ ਮਾਂ ਬਾਪ ਇਹ ਸੋਚਦਾ ਵੀ ਜਿਉਂਦੇ ਜੀ ਆਪਣੇ ਪੈਰ ਹੀ ਹੋ ਜੇ, ਕੁਛ ਕਰਤੇ ਲਵੇ, ਕੱਲ ਮਰਦਾ ਮੈਂ ਅੱਜ ਮਰਾਂ ਪਰ ਮੇਰਾ ਧੀ ਪੁੱਤ ਕਮਾਉਂਦਾ ਹੋਵੇ, ਕੁਛ ਕਰਦਾ ਹੋਵੇ। ਪਿਤਾ ਜੀ ਆਪਣੇ ਪੁੱਤਰ ਦੇ ਨਾਲ ਵਕਤੀ ਤੌਰ ਤੇ ਹੱਸਦੇ ਖੇਡਦੇ ਨੇ, ਪਰ ਅੰਦਰੋਂ ਮਨ ਮੁਰਝਾਇਆ ਹੋਇਆ, ਅੰਦਰੋਂ ਬੜੇ ਦੁਖੀ ਹਨ। ਕਮਲ ਦਲਨ ਸੇ ਦ੍ਰਿਗ ਲਲਤ ਆਲੇ ਲਾਜ ਵਿਸਾਲ। ਪਰ ਗੁਰੂ ਸਾਹਿਬ ਤੇ ਬੇਪਰਵਾਹ ਹੋ ਕੇ ਭੱਜੇ ਘਰ ਆਉਂਦੇ ਤੇ ਫੇਰ ਭੱਜ ਜਾਂਦੇ ਆ। ਬੱਚਿਆਂ ਦੀ ਜ਼ਿੰਦਗੀ ਦੇ ਜਿਹੜੇ ਨਜ਼ਾਰੇ ਉਹ ਕਿੱਥੇ ਮਿਲਦੇ ਆ। ਬੜੇ ਲੋਕ ਨੇ ਬੱਚਿਆਂ ਵੱਲ ਵੇਖ ਆਪਣੇ ਪਾਸਟ ਵਿੱਚ ਚਲੇ ਜਾਂਦੇ, ਕਦੇ ਅਸੀਂ ਵੀ ਇਦਾਂ ਸੀ। ਇਹ ਕਿਉਂ ਸੋਚਣਾ ਵੀ ਅਸੀਂ ਵੀ ਇਦਾਂ ਸੀ, ਅਸੀਂ ਅੱਜ ਵੀ ਇਦਾਂ ਦੇ ਹੀ ਹਾਂ। ਬਸ ਇਹ ਬਣਨਾ ਪੈਣਾ, ਖੋ ਸਤਨਾਮ ਝੱਲ ਨਹੀਂ ਮਾਰਨਾ। ਅਵਸਥਾ ਕਰਕੇ ਬੱਚੇ ਬਣਦੇ, ਜੇਕਰ ਅਵਸਥਾ ਕਰਕੇ ਬੱਚੇ ਬਣ ਗਏ ਨਾ, ਸਾਨੂੰ ਕਿਸੇ 'ਚ ਬੁਰਾਈ ਦਿਸਣੀ ਨਹੀਂ, ਅਸੀਂ ਕਿਸੇ ਤੇ ਸ਼ੱਕ ਕਰਨਾ ਹੀ ਨਹੀਂ, ਕਿਸੇ ਨੂੰ ਮਾੜਾ ਕਹਿਣਾ ਹੀ ਨਹੀਂ। ਜੋ ਹੋ ਰਿਹਾ ਬਹੁਤ ਵਧੀਆ ਹੋ ਰਿਹਾ। ਉਹ ਬੱਚਿਆਂ ਸਾਹਮਣੇ ਕੁਛ ਵੀ ਕਰੀ ਜਾ, ਉਹਨਾਂ ਨੂੰ ਕੀ ਕਹਿੰਦੇ, ਬਸ ਠੀਕ ਆ, ਹੀ ਕੀ ਲੈਣਾ, ਆਪਣੀ ਖੇਡ 'ਚ ਆਨੰਦ ਹੈ, ਇਹ ਵਧੀਆ। ਰੱਬ ਦੇ ਪਿਆਰੇ ਰੱਬ ਨਾਲ ਜੁੜ ਕੇ ਇਸ ਅਵਸਥਾ ਦੇ ਮਾਲਕ ਬਣ ਜਾਂਦੇ ਨੇ। ਮਾਤਾ ਜੀ ਇਸ ਅਵਸਥਾ ਦੇ ਮਾਲਕ ਬਣ ਗਏ, ਹੁਣ ਦੁਨੀਆਦਾਰੀ ਦੀ ਕੋਈ ਪਰਵਾਹ ਨਹੀਂ ਹੈ। ਪਰ ਪਿਤਾ ਜੀ ਗੁਰੂ ਸਾਹਿਬ ਦੇ ਕੋਲ ਰਹਿ ਕੇ ਵੀ ਪਛਾਣ ਨਹੀਂ ਸਕੇ। ਵਕਤ ਬਤੀਤ ਹੁੰਦਾ ਗਿਆ, ਨਾਨਕ ਜੀ ਖੇਡਾਂ ਖੇਡਦੇ ਜਾਂਦੇ ਆ, ਬਾਪੂ ਨੂੰ ਲੱਗਦਾ ਵੀ ਇਹਨੇ ਵਿਗੜ ਜਾਣਾ। ਮਾੜਾ ਮੋਟਾ ਪਾਠਸ਼ਾਲਾ ਲੈ ਕੇ ਚੱਲਿਆ ਸੀ, ਉੱਠਣਾ ਬੈਠਣਾ ਤੇ ਆ ਜਾਂਦਾ। ਇਹ ਤੇ ਬੱਚਿਆਂ ਦੇ ਨਾਲ ਖੇਡਦਾ ਰਹਿੰਦਾ, ਬੜਾ ਸ਼ੋਰ ਸ਼ਰਾਬਾ ਕਰਦਾ ਏ। ਸੋ ਪਈ ਦਰਸ਼ਨ ਦਮਕ ਅਧਰਨ ਮਦ ਐਸੇ ਗਿਰਾ ਸਦਨ ਹੀਰਾਵਲ ਜੈਸੇ। ਹੁਣ ਗੁਰੂ ਸਾਹਿਬ ਦੇ ਬੋਲ ਜਿਹੜੇ ਨੇ, ਕਵੀ ਕਹਿੰਦੇ ਹੀਰਿਆਂ ਦੀਆਂ ਪੰਕਤੀਆਂ ਵਰਗੇ ਨੇ। ਹਰ ਕੋਈ ਉਹਨਾਂ ਦੀ ਗੱਲ ਸੁਣਨੀ ਚਾਹੁੰਦਾ ਹੈ, ਪਰ ਜਦ ਪਿਤਾ ਜੀ ਸਾਹਮਣੇ ਆ ਜਾਂਦੇ, ਮਰਦ ਬੁੱਲ ਟੁੱਕਣ ਲੱਗ ਜਾਂਦੇ। ਬੁੱਲ ਟੁੱਕਣੇ ਕੀ ਹੁੰਦਾ ਹੈ? ਇਹ ਬੜਾ ਡੂੰਘਾ ਤੇ ਗਹਿਰਾ ਸੰਦਰਭ ਹੈ। ਕੋਈ ਸਾਡੇ ਸਾਹਮਣੇ ਖੜਾ, ਅਸੀਂ ਉਹਨੂੰ ਇਗਨੋਰ ਕਰਦੇ ਆ ਨਾ ਜਦੋਂ, ਉਦੋਂ ਇਨਸਾਨ ਆਪਣੇ ਬੁੱਲ ਟੁੱਕਦਾ ਹੈ, ਦੰਦਾਂ ਥੱਲੇ ਬੁੱਲ ਦਬਾਈ ਜਾਂਦਾ। ਮਤਲਬ ਤੂੰ ਮੇਰੇ ਲਈ ਹੈ ਜਿਹੋ ਜਿਹਾ ਨਹੀਂ ਹੈ, ਸਾਹਮਣੇ ਬੈਠਾ, ਸਾਹਮਣੇ ਖੜਾ ਹੈ, ਮੈਨੂੰ ਕੋਈ ਫਰਕ ਨਹੀਂ ਹੈ। ਕਹਿੰਦੇ ਪਿਤਾ ਜੀ ਵੇਖਦੇ ਮੇਰੇ ਸਾਹਮਣੇ ਡੁੰਨ ਵੱਟਾ ਬਣ ਜਾਂਦਾ ਹੈ, ਚੁੱਪਚਾਪ ਖੜਿਆ ਰਹਿੰਦਾ ਹੈ, ਬੁੱਲ ਟੁੱਕਦਾ ਰਹਿੰਦਾ ਬਹੁਤ। ਪਰ ਜਦ ਇਹ ਬੱਚਿਆਂ ਵਿੱਚ ਹੁੰਦਾ, ਫਿਰ ਸ਼ੋਰ ਸ਼ਰਾਬਾ ਬੜਾ, ਰੌਲਾ ਹੀ ਬੜਾ ਪਾਉਂਦੇ ਆ। ਇਹ ਗੱਲ ਸਮਝ ਨਹੀਂ ਅੱਜ ਤੱਕ ਆਈ ਕਲਿਆਣ ਚੰਦ ਜੀ ਨੂੰ ਵੀ ਪੁੱਤ ਚੁੱਪ ਰਹਿੰਦਾ ਹੈ। ਪਾਠਸ਼ਾਲਾ ਵੀ ਛੱਡ ਗਿਆ, ਉੱਥੇ ਲੈ ਕੇ ਜਾਈਏ ਪੜ੍ਹਦਾ ਹੀ ਬਹੁਤ ਹੈ, ਟੀਚਰਾਂ ਦੇ ਕੰਨੀ ਹੱਥ ਲਵਾਤੇ, ਕਹਿੰਦੇ ਨੂੰ ਪੜ੍ਹਾਈ ਨਹੀਂ ਸਕਦੇ। ਪਰ ਜਦ ਘਰੇ ਵੇਖਦੇ ਆ, ਕਾਪੀ ਕਿਤਾਬ ਨੂੰ ਹੱਥ ਨਹੀਂ ਲਾਉਂਦਾ। ਭੁਜ ਸੁੰਦਰ ਕਰ ਸਜਦ ਕਿਉਰਾ ਕਲ ਕੁੰਡਲ ਸਨੋਨਨ ਸਬਰੂਰਾ। ਮਾਤਾ ਤ੍ਰਿਪਤਾ ਜੀ ਨੇ ਕਦੇ ਨਹੀਂ ਸੋਚਿਆ ਮੇਰਾ ਪੁੱਤ ਕਿਉਂ ਨਹੀਂ ਪੜ੍ਹਦਾ। ਮਾਂ ਤੇ ਹਮੇਸ਼ਾ ਕੋਸ਼ਿਸ਼ ਕਰਦੀ, ਸੋਹਣੇ ਸੋਹਣੇ ਗਹਿਣੇ ਬਣਾਉਂਦੇ ਆ, ਵੇਖਦੀ ਰਹਿੰਦੀ ਪੁੱਤ ਦੇ ਸੋਹਣੀ ਦਸਤਾਰ ਬੰਨ੍ਹ ਦੇਣੀ ਹੈ। ਕਹਿੰਦੇ ਕਾਲੇ ਕਾਲੇ ਕੁੰਡਲ, ਗੁਰੂ ਸਾਹਿਬ ਦੇ ਕੇਸ ਜਦੋਂ ਲਟਕਦੇ ਆ, ਮਾਂ ਨੂੰ ਬੜੇ ਚੰਗੇ ਲੱਗਦੇ। ਹੱਥਾਂ 'ਚ ਪਾਏ ਕੰਗਣ ਤੇ ਆ ਡੌਲਿਆਂ ਨਾਲ ਬੰਨੇ ਬਹੁਤੇ ਜੱਚਦੇ ਬੜੇ ਆ। ਤੇ ਗੁਰੂ ਸਾਹਿਬ ਸ਼ਰਾਰਤਾਂ ਕਰਦੇ ਆ, ਮਾਂ ਵੇਖਦੀ ਰਹਿੰਦੀ ਆ, ਤੇ ਪਿਤਾ ਗੁਰੂ ਸਾਹਿਬ ਨੂੰ ਖੇਡਦੇ ਵੇਖ ਕੇ ਅੰਦਰ ਜਾ ਵੜਦਾ। ਉਹਨਾਂ ਨੂੰ ਤੇ ਲੱਗਦਾ ਹੈ ਵੀ ਜਿਹੋ ਜਿਹਾ ਪਾਦੇ ਨੇ ਪੜ੍ਹਾ ਲਿਆ, ਉਹੋ ਜਿਹਾ ਪੜ੍ਹ ਲਿਆ, ਇਹ ਨਹੀਂ ਪਟਵਾਰੀ ਬਣ ਸਕਦਾ। ਮੈਂ ਬੜਾ ਜ਼ੋਰ ਲਾਇਆ, ਬੜੀ ਕੋਸ਼ਿਸ਼ ਕੀਤੀ ਹੈ। ਪੰਡਤ ਵੀ ਕਹਿੰਦਾ ਅਸੀਂ 32 ਗੁਣ ਨੇ ਇਹਦੇ 'ਚ। ਕਦੇ ਕਦੇ ਇਹੋ ਜਿਹੀ ਸ਼ਰਧਾ ਖਤਮ ਹੋ ਜਾਂਦੀ, ਕਹਿੰਦੇ ਲੈ ਗੁਣ ਕਣ ਕਿਹੜੇ ਨੇ, ਸ਼ਰਾਰਤੀ ਹੈ, ਤੇ ਸਮਝ ਲੈਂਦੇ ਆ। ਅੱਗੇ ਜਾ ਕੇ ਬੜਾ ਕਵੀ ਜੀ ਨੇ ਬਿਆਨ ਕਰਨਾ, ਇਹ ਬਚਪਨ ਦੇ ਜੋੜ ਨੇ, ਇੱਕ ਇੱਕ ਪਲ ਦਾ ਬਿਆਨ ਭਾਈ ਬਾਲਾ ਜੀ ਕਰ ਰਹੇ ਨੇ। ਗੁਰੂ ਅੰਗਦ ਦੇ ਪਾਤਸ਼ਾਹ ਇਸ ਕਥਾ ਨੂੰ ਸੁਣ ਕੇ ਅੱਖਾਂ ਨਾਲ ਸਾਹਮਣੇ ਵੇਖ ਰਹੇ ਆ। ਏਦਾਂ ਲੱਗਦਾ ਨਾਨਕ ਜੀ ਵਿਹੜੇ ਵਿੱਚ ਖੇਡ ਰਹੇ ਨੇ ਬੱਚਿਆਂ ਦੇ ਨਾਲ। ਸਤਿਗੁਰ ਤੱਕਦੇ ਹਨ, ਜਹ ਹੀਰਨ ਕਰਨ ਕੀ ਕੀਰਾ ਤਾਹੀ ਭਉ ਦਿਦ ਤੇਜੇ ਢੇਰਾ। ਹੁਣ ਗੁਰੂ ਸਾਹਿਬ ਬਜ਼ੁਰਗਾਂ ਕੋਲ ਜਾ ਕੇ ਬਹਿੰਦੇ, ਜਿਹੜਾ ਬਜ਼ੁਰਗ ਚਿੰਤਾ 'ਚ ਬੈਠਾ ਹੁੰਦਾ, ਉਦਾਸ ਹੁੰਦਾ, ਉਹਨੂੰ ਜਾ ਕੇ ਹਸਾ ਆਉਂਦੇ ਆ।
ਐਸਾ ਹਾਸਾ ਪਾਉਂਦੇ, ਕਹਿੰਦੇ ਜ਼ਿੰਦਗੀ 'ਚ ਮੁੜ ਕੇ ਉਦਾਸ ਹੀ ਨਹੀਂ ਹੁੰਦਾ। ਹੈ ਤੇ ਪਰਮਾਤਮਾ ਹੀ ਨੇ ਨਾ। ਬਚਪਨ ਦੇ ਵਿੱਚ ਘੁੰਮਦੇ ਆ, ਵਿਚਰਦੇ ਆ, ਕੋਈ ਪਛਾਣਦਾ ਨਹੀਂ ਹੈ। ਬੜਿਆਂ ਦੇ ਦੁੱਖ ਹਰਨ ਕਰਤੇ, ਬੜਿਆਂ ਦੇ ਧੀਰਜ ਵਾਪਸ ਦੇਤੇ, ਹੌਸਲੇ ਦਿੱਤੇ, ਲੋਕਾਂ ਨੂੰ ਜ਼ਿੰਦਗੀ ਜਿਉਣੀ ਚੰਗੀ ਲੱਗਣ ਲੱਗ ਪਈ। ਹੁਣ ਜਿਹਨੂੰ ਇੰਨਾ ਕੁਝ ਬਖਸ਼ਿਆ ਉਹ ਸਿਫਤਾਂ ਕਿਉਂ ਨਾ ਕਰੇ। ਇੱਕ ਬਾਸਰ ਕਾਗਦ ਕੁਛ ਲੀਨੇ, ਲਗ ਪੋਥੀ ਸੀ ਕਰ ਅਸੀਨੇ। ਕਹਿੰਦੇ ਇੱਕ ਦਿਨ ਗੁਰੂ ਸਾਹਿਬ ਨੇ ਨਾ ਇੱਕ ਬਹੀ ਚੁੱਕ ਲਈ। ਬਹੀ ਸਮਝਦੇ ਹੋ ਨਾ, ਪੁਰਾਣੇ ਸਮੇਂ 'ਚ ਹੁੰਦੀਆਂ ਸੀ, ਅੱਜ ਕੱਲ੍ਹ ਬੱਚਿਆਂ ਨੂੰ ਨਹੀਂ ਪਤਾ, ਰਜਿਸਟਰ ਚੱਲਦੇ ਆ। ਕਹਿੰਦੇ ਬਹੀ ਖਾਤੇ ਵਾਲੇ ਕਾਗਜ਼ ਪਾੜ ਕੇ ਨਾ ਇੱਕ ਕਾਪੀ ਜੀ ਬਣਾ ਲਈ, ਇੱਕ ਚੁੱਕ ਲਈ ਕਲਮ। ਬਾਪੂ ਤੋਂ ਲੁਕੋ ਕੇ ਨਾ ਪਿਛਲੇ ਪਾਸੇ ਘਰੋਂ ਭੱਜ ਗਏ। ਬਾਹਰ ਆ ਗਏ ਬੱਚੇ। ਪਿਤਾ ਵੇਖਦੇ ਰਹੇ ਵੀ ਪੜ੍ਹਨਾ ਨਹੀਂ ਲਿਖਣਾ ਨਹੀਂ, ਕਾਪੀਆਂ ਪੜ੍ਹਨ ਤੇ ਲੱਗਾ। ਬੜੀ ਵਾਰ ਹੁੰਦਾ ਆਪਣੇ ਬੱਚੇ ਸ਼ਾਰਪਨਰ ਲੈ ਕੇ ਪੈਨਸਲਾਂ ਘੜੀ ਜਾਣਗੇ, ਦੇਖਣ ਵਾਲਾ ਕਹਿੰਦਾ ਭਾਈ ਬੜਾ ਪੜ੍ਹਾਕੂ ਹੋਣਾ। ਕਾਪੀਆਂ ਲੱਤਾਂ ਤੇ ਰੱਖੀਆਂ, ਸਿੱਧੀਆਂ ਲੱਤਾਂ ਕਰਕੇ ਬੈਠੇ। ਪਹਿਲਾ ਪੇਜ ਵੇਖਿਆ, ਦੂਜਾ ਵੇਖਿਆ, ਤੀਜਾ ਪੜ੍ਹਤਾ, ਚੌਥਾ ਵੇਖਿਆ, ਪੰਜਵਾਂ ਛੱਡਿਆ, ਸੱਤਵਾਂ ਪੜ੍ਹਤਾ, ਛੇਵਾਂ ਪਤਾ ਨਹੀਂ ਕਿੱਥੇ ਕਰਦੇ ਆ ਨਾ। ਤੇ ਗੁਰੂ ਸਾਹਿਬ ਨੇ ਪਿਤਾ ਜੀ ਤੋਂ ਅੱਖ ਬਚਾਈ, ਕਾਗਜ਼ ਚੁੱਕਿਆ, ਕਲਮ ਚੁੱਕੀ, ਬੱਚਿਆਂ ਵਿੱਚ ਜਾ ਪੁੱਜੇ ਨੇ। ਜਹ ਜਹ ਕੁਲ ਉਪਜੈ ਜੋ ਜੋ, ਦੇਖ ਵਡਨ ਸਿਸ ਖੇਲੇ ਸੋ। ਹੁਣ ਨਾਲ ਕਾਪੀ ਚੁੱਕੀ ਹੋਈ ਹੈ ਤੇ ਬੱਚਿਆਂ ਨੂੰ ਪੜ੍ਹਾਉਣ ਚੱਲੇ ਪਾਦਾ ਜੀ ਵਾਂਗੂ। ਤੇ ਬਾਪੂ ਬੜਾ ਹੈਰਾਨ ਹੁੰਦਾ ਵੀ ਆਪ ਤੇ ਬੜੇ ਪੜ੍ਹਾਉਣ ਚੱਲੇ ਆ। ਨਿਆਣੇ ਅਕਸਰ ਐਸਾ ਕਰਦੇ ਆ, ਕੋਈ ਬੱਚਾ ਬਹੁਤਾ ਗੁਰਦੁਆਰੇ ਜਾਊ, ਉਹ ਪੀੜੀ ਰੱਖ ਕੇ ਬਹਿ ਜੂ, ਕਹਿੰਦਾ ਮੈਂ ਮਰਦ ਪ੍ਰਕਾਸ਼ ਕਰੇਗਾ। ਕਲਾਕਾਰਾਂ ਨੂੰ ਵੇਖੂਗਾ, ਉਹ ਟਿਕਟੌਕ ਤੇ ਸਟਾਰ ਬਣ ਜੂਗਾ, ਉਹੀ ਜਿਹੇ ਕੰਮ ਕਰੂਗਾ। ਜੋ ਘਰੇ ਵੇਖੂ ਨਾ ਬੱਚਾ, ਉਹਨੇ ਉਹੀ ਕਰਨਾ ਹੈ। ਹੁਣ ਪਿਤਾ ਜੀ ਸਾਰਾ ਦਿਨ ਹਿਸਾਬ ਕਿਤਾਬ ਕਰਦੇ ਰਹਿੰਦੇ ਸੀ, ਪਰ ਗੁਰੂ ਸਾਹਿਬ ਚੋਜ ਵਰਤਾਉਣ ਲੱਗੇ। ਹੁਣ ਨਵਾਂ ਬਾਪੂ ਕਹਿੰਦਾ ਇਹਨੇ ਕੀ ਕਰਨਾ ਹੈ, ਕਾਪੀ ਲੈ ਕੇ ਗਿਆ, ਸੁੱਟ ਕੇ ਆ ਜਾਊਗਾ, ਭਾਂਡੇ ਲੈ ਜਾਂਦਾ ਸੁੱਟੇ ਆਉਂਦਾ, ਕੱਪੜੇ ਲੈ ਜਾਂਦਾ ਸੁੱਟੇ ਆਉਂਦਾ, ਗਹਿਣੇ ਲੈ ਜਾਂਦਾ ਉਹ ਵੀ ਲੈ ਕੇ ਆਉਂਦਾ ਘਰੇ। ਵੇਖੀ ਗਏ ਚੱਲ ਕੋਈ। ਕਹਿੰਦੇ ਗੁਰੂ ਸਾਹਿਬ ਨਾ ਉੱਚੇ ਥੜੇ ਜਿਹੇ ਤੇ ਬਹਿ ਜਾਂਦੇ ਆ, ਜਾਂ ਮਿੱਟੀ ਦੀ ਕੰਧ ਤੇ ਬੱਚਿਆਂ ਨੂੰ ਬਿਠਾ ਲੈਂਦੇ, ਉਹਨਾਂ ਨੂੰ ਪੜ੍ਹਾਉਣ ਲੱਗ ਜਾਂਦੇ ਆ। ਤੇ ਬੱਚੇ ਵੀ ਕਹਿੰਦੇ ਇੰਨੇ ਸਿਆਣੇ ਜਿਵੇਂ ਕਿਸੇ ਕਲਾਸ ਦੇ ਸੈਸ਼ਨ 'ਚ ਬੈਠੇ ਹੋਣ। ਉਹ ਨਾਨਕ ਜੀ ਦੇ ਮੁਖ ਵੱਲ ਵੇਖਦੇ ਰਹਿੰਦੇ ਨੇ, ਪਿੱਛੇ ਪਿੱਛੇ ਬੋਲਣ ਦੀ ਕੋਸ਼ਿਸ਼ ਕਰਦੇ ਨੇ। ਕਰ ਮਹਿ ਗਹੇ ਕਰ ਤਿਉ ਲੀਲਾ, ਪਤਤ ਉਦਾਹਰਨ ਬਿਰਦ ਗਹੀਲਾ। ਸਤਿਗੁਰ ਜੀ ਸ਼ਾਹੀ ਦੇ ਨਾਲ ਕਲਮ ਡਬੋ ਕਰਕੇ ਕੁਝ ਲਿਖ ਦਿੰਦੇ ਆ ਤੇ ਬੱਚਿਆਂ ਨੂੰ ਸਮਝਾਉਂਦੇ ਆ। ਇੱਕ ਦਿਨ, 2 ਦਿਨ, 3 ਦਿਨ, 4 ਦਿਨ, ਕਹਿੰਦੇ 7ਵਾਂ ਦਿਨ ਆ ਗਿਆ, ਕਾਪੀ ਜੀ ਚੁੱਕਦੇ ਰੋਜ਼ ਆ ਜਾਂਦੇ। ਜਿਵੇਂ ਆਪਾਂ ਨਹੀਂ ਜਾਂਦੇ ਹੁੰਦੇ ਕਾਲਜ ਟਾਈਮ ਪਾਸ ਕਰਨ, ਕਾਪੀ ਜੀ ਚੁੱਕ ਕੇ। ਪੜ੍ਹਾਈ ਪੜੂਈ ਕਿਹੜੀ ਹੁੰਦੀ, ਬਸ ਇੱਕ ਵਿਖਾਉਣ ਆਈ ਦਾ ਵੀ ਜਿਉਂਦੇ ਹੀ ਆ ਭਾਈ, ਹੈਗੇ ਆ, ਲਾਗੇ ਆ ਗਏ। ਹੁਣ ਗੁਰੂ ਸਾਹਿਬ ਆਉਂਦੇ ਆ, ਬੱਚਿਆਂ ਦੇ ਨਾਲ ਖੇਡ ਖੂਡ ਕੇ ਕਾਪੀ ਕੰਧ ਤੇ ਪਈ ਹੁੰਦੀ ਹੈ, ਜਾਂਦੇ ਜਾਂਦੇ ਚੁੱਕ ਲੈਂਦੇ, ਇੱਕ ਅੱਧਾ ਅੱਖਰ ਲਿਖ ਜਾਂਦੇ ਆ, ਪੜ੍ਹਾ ਜਾਂਦੇ ਆ। ਲੋਕਾਂ 'ਚ ਬੱਲੇ ਬੱਲੇ ਹੋਣ ਲੱਗ ਗਈ, ਕਹਿੰਦੇ ਨਾਨਕ ਤੇ ਬੜਾ ਸਿਆਣਾ ਭਾਈ, ਸਾਰਿਆਂ ਨੂੰ ਪੜ੍ਹਾਉਂਦਾ ਹੈ। ਹੁਣ ਜਦੋਂ ਕੋਈ ਆ ਕੇ ਪਿਤਾ ਜੀ ਨੂੰ ਕਹਿੰਦਾ ਵੀ ਤੇਰਾ ਪੁੱਤ ਸਭ ਨੂੰ ਪੜ੍ਹਾਉਣ ਲੱਗ ਗਿਆ, ਵੀ ਬੜਾ ਹੁਸ਼ਿਆਰ ਹੈ, ਸੱਚੀ ਪੁੱਛੋ ਦਿਲ ਤੇ ਕੀ ਬੀਤਦੀ ਹੋਣੀ। ਜਿਹੜਾ ਪਾਠਸ਼ਾਲਾ ਤੋਂ ਉਂਗਲ ਫੜ ਕੇ ਲੈ ਕੇ ਆਇਆ ਵੀ ਪੁੱਤ ਤੂੰ ਨਹੀਂ ਪੜ੍ਹ ਸਕਦਾ, ਉਹ ਕਾਪੀ ਵੇਖਦੇ ਆ, ਉਹ ਕਾਗਜ਼ ਵੇਖਦੇ ਆ, ਕਲਮ ਦੇਖਦੇ ਨੇ, ਬੜੀ ਹੈਰਾਨੀ ਵੀ ਹੁੰਦੀ ਹੈ। ਦੋਹਰਾ ਕਾਲੂ ਚਲ ਤਿਸ ਕਾਲ ਮਹਿ, ਆਈ ਲਾਲ ਕਲ ਦੇਖ। ਜਦੋਂ ਕਹਿੰਦੇ ਲੋਕਾਂ ਨੇ ਸਿਫਤਾਂ ਕਰਨੀਆਂ ਸ਼ੁਰੂ ਕਰਤੀਆਂ, ਇੱਕ ਦਿਨ ਪਿਤਾ ਜੀ ਆ ਗਏ ਛਾਪਾ ਮਾਰਨ। ਕਹਿੰਦੇ ਮੈਂ ਵੀ ਤੇ ਵੇਖਾਂ ਨਾਨਕ ਕਿਹੜੀ ਪੜ੍ਹਾਈ ਕਰਦਾ ਤੇ ਕਰਾਉਂਦਾ ਹੈ। ਫਿਰ ਉਹੀ ਬੇਨਤੀ ਆ ਵੀ ਸ਼ਰਧਾ ਸ਼ਰਧਾਲੀ ਹੈ, ਇਹ ਵੇਖਣਾ ਵੀ ਮੇਰਾ ਪੁੱਤ ਪੜ੍ਹ ਸਕਦਾ ਕਿ ਨਹੀਂ, ਕੋਈ ਅੱਖਰ ਆਊਗਾ ਕਿ ਨਹੀਂ। ਉਹ ਆਪਣੀ ਇੰਟੈਲੀਜੈਂਸ ਕਰਦੇ ਆ। ਗੁਰੂ ਸਾਹਿਬ ਨਾਲ ਬੱਚਿਆਂ ਨੂੰ ਏਦਾਂ ਬਿਠਾ ਕੇ ਮਿੱਟੀ ਦੀ ਕੰਧ ਤੇ ਛੋਟੀ ਜਿਹੀ ਤੇ ਬੈਠੇ ਆ, ਚੌਂਕੀ ਵਾਂਗੂ, ਹੱਥ 'ਚੋਂ ਕਾਗਜ਼ ਕਾਪੀ ਜੀ ਫੜੀ ਹੋਈ ਹੈ, ਉਹ ਤੇ ਕੁਛ ਲਿਖ ਲੈਂਦੇ ਨੇ, ਅੱਗੇ ਅੱਗੇ ਬੋਲ ਕੇ ਅਰਥ ਸੁਣਾਈ ਜਾਂਦੇ ਆ। ਪਿਤਾ ਕਲਿਆਣ ਚੰਦ ਚੁੱਪ ਚਪੀਤੇ ਪਿੱਛੇ ਆ ਕੇ ਖੜੇ ਹੋ ਗਏ ਵੀ ਵੇਖਾਂ ਲੋਕ ਝੂਠ ਬੋਲਦੇ ਕਿ ਸੱਚ ਬੋਲਦੇ ਆ, ਕਿਉਂਕਿ ਘਰ ਆ ਕੇ ਤੇ ਮੇਰਾ ਪੁੱਤ ਮੇਰੇ ਨਾਲ ਗੱਲ ਵੀ ਨਹੀਂ ਬਹੁਤੀ ਕਰਦਾ, ਪੜ੍ਹਨਾ ਦੂਰ ਦੀ। ਚੁੱਪ ਚਪੀਤੇ ਪਿੱਛੇ ਖੜ ਕੇ ਸਭ ਕੁਝ ਵੇਖਣ ਲੱਗੇ ਨੇ। ਬੋਲਿਓ ਬੋਲ ਬਿਲਾਸ ਕੇ, ਪ੍ਰੇਮ ਧਰੇ ਜਿਉ ਵੇਖ। ਗੁਰੂ ਨਾਨਕ ਸਾਹਿਬ ਮਹਾਰਾਜ ਪਿਆਰ ਵਿੱਚ ਭਿੱਜ ਕੇ ਬੜੀ ਸੋਹਣੀ ਸਿੱਖਿਆ ਆਪਣੇ ਸਾਥੀਆਂ ਨੂੰ ਦੇ ਰਹੇ ਸੀ, ਬੜੇ ਪ੍ਰੇਮ 'ਚ ਭਿੱਜ ਗਏ। ਇੱਕ ਵਾਰ ਤੇ ਪਿਤਾ ਜੀ ਸੁਣ ਕੇ ਦੰਗ ਰਹਿ ਗਏ। ਵਾਕਿਆ ਯਾਦ ਆਇਆ ਪਾਦਾ ਵੀ, ਉਹ ਕਹਿੰਦਾ ਸੀ ਇਹਨੂੰ ਪੜ੍ਹਾਉਣ ਦੀ ਲੋੜ ਨਹੀਂ, ਇਹ ਤੇ ਸਮਝਦਾਰ ਬਣੇ। ਹੁਣ ਵੇਖੋ ਮਾਇਆ ਦਾ ਪਰਛਾਵਾਂ ਬਾਅਦ 'ਚੋਂ ਕਿੱਦਾਂ ਆ ਜਾਂਦਾ ਹੈ।
ਕਹਿੰਦੇ ਇੰਨੇ ਪ੍ਰਭਾਵਿਤ ਪਿਤਾ ਜੀ ਹੋਏ, ਅੱਖਾਂ 'ਚ ਹੰਝੂ ਆ ਗਏ, ਮੇਰਾ ਪੁੱਤ ਸੱਚੀ ਇੰਨਾ ਪੜ੍ਹ ਲੈਂਦਾ, ਸੱਚੀ ਇੰਨਾ ਸਿਆਣਾ, ਇਹ ਤੇ ਬੜਾ ਵਿਦਵਾਨ ਲੱਗਦਾ ਏ। ਸੋ ਪਈ ਕਹੋ ਤਾਤ ਕਾਗਦ ਕਰ ਲੀਨੇ, ਕਿਆ ਤੁਮ ਪੜੋ ਸਿਸ਼ਨ ਮਹਿ ਪੀਨੇ। ਹੁਣ ਬੱਚਿਆਂ ਵਿੱਚ ਸਤਿਗੁਰ ਬੈਠੇ ਨੇ, ਛੋਟੀ ਜੀ ਮਿੱਟੀ ਦੀ ਕੰਧ ਤੇ ਪਿਤਾ ਜੀ ਕੋਲ ਆ ਕੇ ਥਾਪੜਾ ਦੇ ਕੇ ਕਹਿੰਦੇ ਮੇਰਾ ਪੁੱਤ ਬੜਾ ਸਿਆਣਾ ਹੈ। ਮਰਦ ਨੇ ਨੇਤਰ ਭਰ ਕੇ ਵੇਖ ਲੈ, ਫੇਰ ਆ ਗਿਆ ਸਤਿਨਾਮ, ਇੱਥੇ ਵੀ ਆ ਗਏ। ਬਾਪੂ ਦੀ ਬੜੇ ਪਿਆਰ 'ਚ ਕਹਿੰਦੇ ਪੁੱਤ ਕੀ ਪੜ੍ਹਦਾ ਹੁੰਦਾ, ਕੀ ਪੜ੍ਹਾਉਣਾ ਬੱਚਿਆਂ ਨੂੰ, ਪੁੱਤ ਮੈਨੂੰ ਵੀ ਦੱਸੇਗਾ। ਜਦ ਬਾਰ-ਬਾਰ ਪੁੱਛਦੇ ਰਹੇ, ਗੁਰੂ ਸਾਹਿਬ ਨੇ ਸੀਸ ਹਿਲਾਤਾ, ਕਹਿੰਦੇ ਹਾਂਜੀ ਪਿਤਾ ਜੀ, ਤੁਸੀਂ ਪੁੱਛ ਰਹੇ ਹੋ ਤੇ ਮੈਂ ਤੁਹਾਨੂੰ ਦੱਸ ਦਿੰਦਾ। ਕਹਿੰਦੀ ਮੈਂ ਬੜੀ ਮਹਾਨ ਵਿਦਿਆ ਪੜ੍ਹਦਾ। ਤੇ ਬਾਪੂ ਨੂੰ ਬੜੀ ਖੁਸ਼ੀ ਹੋਈ, ਸ਼ੁਕਰ ਹੈ ਰੱਬ ਦਾ, ਪੜ੍ਹਨ ਤੇ ਲੱਗਿਆ। ਚਾਹੇ ਘਰੇ ਹੀ ਪੜ੍ਹੇ, ਬਾਹਰ ਪੜ੍ਹੇ, ਪੜ੍ਹਾਈ ਵਾਲੇ ਪਾਸੇ ਰੁੱਖ ਤੇ ਕੀਤਾ ਨਾ, ਕਲਮ ਚੁੱਕੀ ਹੈ, ਕਾਗਜ਼ ਚੁੱਕਿਆ ਏ। ਥਾਪੜਾ ਦੇ ਕੇ ਕਹਿੰਦੇ ਮੇਰਾ ਪੁੱਤ ਸਿਆਣਾ ਹੀ ਬਹੁਤ ਹੁਸ਼ਿਆਰ ਬੜਾ ਹੈ, ਪਰ ਪੁੱਤੇ ਦੱਸ ਤੇ ਸਹੀ ਆ ਕਲਮ ਨਾਲ ਕੀ ਲਿਖਿਆ ਹੋਇਆ ਹੈ, ਲਿਖੀ ਕੀ ਜਾਂਦੇ ਹੋ, ਕੀ ਪੜ੍ਹਦੇ ਹੁੰਦੇ ਹੋ। ਏਕ ਨਾ ਇਤਿਓ ਤੇ ਹੀਰਤ ਕਾਹੂ, ਹਿਰਦੈ ਲਗਾਓ ਕਾਗਦ ਮਾਹੂ। ਤੇ ਫਿਰ ਪਿਤਾ ਜੀ ਨੇ ਕਾਪੀ ਗੁਰੂ ਸਾਹਿਬ ਦੀ ਫੜੀ ਨਾ, ਪਹਿਲਾ ਪੇਜ, ਦੂਜਾ ਪੇਜ, ਤੀਜਾ, ਚੌਥਾ, ਪੰਜਵਾਂ। ਕਹਿੰਦੇ ਹੈਰਾਨ ਹੋ ਗਏ, 14-15 ਪੇਜ ਲਿਖ ਭਰੇ ਹੋਏ ਆ, ਲਿਖਾਈ ਮੋਤੀਆਂ ਵਰਗੀ। ਫਿਰ ਪੁੱਛਦੇ, ਕਹਿੰਦੇ ਪੁੱਤ ਲਿਖਿਆ ਕਿਹਨੇ? ਨਾਨਕ ਜੀ ਕਹਿੰਦੇ ਮੈਂ, ਅਸੀਂ ਲਿਖਿਆ। ਪਿਤਾ ਜੀ ਕਹਿੰਦੇ ਪੁੱਤ ਇਹ ਹੈ ਕੀ, ਮੈਨੂੰ ਤੇ ਸਮਝ ਨਹੀਂ ਆਉਂਦਾ। ਲਿਖਿਆ ਕੀ ਹੋਇਆ ਸੀ? ਸੰਸਕ੍ਰਿਤ ਲਿਖੀ ਹੋਈ ਹੈ। ਬਾਪੂ ਜੀ ਨੂੰ ਥੋੜੀ ਬਹੁਤੀ ਆਉਂਦੀ ਸੀ, ਕਿਉਂਕਿ ਉਹਨਾਂ ਸਮਿਆਂ 'ਚ ਸੰਸਕ੍ਰਿਤ, ਉਰਦੂ ਇਹ ਆਮ ਚੀਜ਼ਾਂ ਹੁੰਦੀਆਂ ਸੀ। ਪਿਤਾ ਜੀ ਬੜੇ ਹੈਰਾਨ ਹੋਏ, ਕਹਿੰਦੇ ਪੁੱਤ ਤੈਨੂੰ ਇਹਦੇ ਬਾਰੇ ਕਿੱਦਾਂ ਪਤਾ? ਕਹਿੰਦੇ ਬਾਪੂ ਜੀ ਮੈਨੂੰ ਸਾਰੀ ਆਉਂਦੀ ਹੈ। ਸੱਚੀ, ਇਹ ਤੋਂ ਬਾਅਦ ਖੁਸ਼ੀ ਪਿਤਾ ਨੂੰ ਕੀ ਹੋ ਸਕਦੀ ਹੈ? ਸਮੇਂ ਦੀ ਮਾਤ ਭਾਸ਼ਾ ਸੰਸਕ੍ਰਿਤ ਹੈ, ਉਸ ਵੇਲੇ ਦੀ ਪੰਡਤ ਲੋਕਾਂ ਤੋਂ ਲੈ ਕੇ ਹਰ ਕੋਈ ਬੋਲਦਾ, ਸੁਣਦਾ, ਗਾਉਂਦਾ ਹੈ। ਨਾਨਕ ਜੀ ਨੇ ਉਹ ਭਾਸ਼ਾ ਲਿਖੀ ਤੇ ਪਿਤਾ ਜੀ ਨੇ ਕਾਪੀ ਫਰੋੜ ਕੇ, ਯਕੀਨ ਨਹੀਂ ਆਉਂਦਾ ਵੀ ਮੇਰਾ ਪੁੱਤ ਲਿਖਦਾ ਹੈ। ਕਹਿੰਦੇ ਪੁੱਤ ਮੈਨੂੰ ਸੁਣਾਏਗਾ ਕੀ ਲਿਖਿਆ? ਹੱਸ ਕੇ ਮਾਰਦੇ ਕਹਿੰਦੇ ਹਾਂ ਪਿਤਾ ਜੀ, ਤੁਹਾਨੂੰ ਅਰਥਾਂ ਦੇ ਸਮੇਤ ਹੀ ਸੁਣਾਉਂਗਾ। ਖੁਦ ਸਤਿਨਾਮ, ਗੱਲਾਂ ਸੁਣਾਉਣਾ ਨਹੀਂ, ਮੀਨਿੰਗ ਸੁਣਾਉਣਾ। ਸੋਚੋ ਬਈ ਪਿਤਾ ਤੇ ਕੀ ਬੀਤੀ ਹੋਣੀ, ਕਿੰਨੀ ਖੁਸ਼ੀ ਹੋਣੀ। ਹੁਣ ਕਿਉਂਕਿ ਇਹ ਦੋ ਤਰ੍ਹਾਂ ਦੇ ਸੁਭਾਅ ਬੰਦੇ ਦੇ ਆ। ਸਾਡੇ ਕੋਲ ਨਾ, ਅਸੀਂ ਚਲੋ ਸਾਰੀਆਂ ਗੱਲਾਂ ਛੱਡ ਦੀ, ਸਮਝਣ ਵਾਸਤੇ ਸਾਡੇ ਸਾਹਮਣੇ ਕੋਈ ਬੰਦਾ ਬੈਠਾ, ਜਦ ਤੇ ਸਾਨੂੰ ਉਹਨੇ ਸਾਡਾ ਕੋਈ ਚੰਗਾ ਕੀਤਾ, ਸਾਨੂੰ ਉਹਦੇ ਗੁਣ ਬੜੇ ਦਿਸੀ ਜਾਂਦੇ ਆ। ਜੇਕਰ ਉਹਨੇ ਕੋਈ ਗਾਲ ਕੱਢਤੀ, ਕੁਛ ਮਾੜਾ ਕਹਿਤਾ, ਫਿਰ ਗੁਣ ਕੱਢ ਕੇ ਚੱਕ ਕੇ ਪਰਾਂ ਮਾਰੀ ਦੇ, ਫਿਰ ਉਹਦੇ ਔਗਣ ਚੁੱਕ ਲਈਦੇ, ਤੂੰ ਐਂ ਕਰਦਾ, ਤੂੰ ਆਹ ਕਰਦਾ। ਹੁਣ ਕਿੱਥੇ ਨੇ ਗੁਣ? ਹੁਣ ਔਗਣ ਕਿਉਂ ਦਿਸਦੇ ਆ? ਬੰਦਾ ਦੋ ਤਰ੍ਹਾਂ ਦਾ ਨਜ਼ਰੀਆ ਰੱਖਦਾ, ਇਸੇ ਨੂੰ ਕਿਹਾ ਜਾਂਦਾ ਹਰ ਬੰਦਾ ਡਬਲ ਫੇਸ ਹੈ। ਬਿਜਲੀ ਵਾਲਾ ਨਹੀਂ, ਉਹਦੇ ਟ੍ਰਿਪਲ ਵੀ ਹੋ ਜਾਂਦਾ ਹੈ। ਸੰਸਾਰੀ ਤੌਰ ਤੇ ਲੋਕੀ ਮੁਖੌਟਾ ਪਾ ਕੇ ਰੱਖਦੇ ਆ। ਔਗਣ ਦਿਸ ਗਿਆ, ਭੰਡ ਦੇਣਾ। ਗੁਣਾ ਵਾਲਾ ਕਿਤੇ ਆਪਣੇ ਕੰਮ ਆ ਗਿਆ ਤੇ ਸਿਫਤਾਂ ਦੇ ਪੁਲ ਬਣੀ ਜਾਂਦੇ, ਪਰ ਰੱਬ ਦੇ ਪਿਆਰੇ ਨੇ ਚੀਜ਼ਾਂ ਤੋਂ ਪਰੇ ਹੁੰਦੇ ਆ। ਕਹਿੰਦੇ ਪਿਤਾ ਜੀ ਦੇ ਮਨ 'ਚ ਵੀ ਖਿਆਲ ਆਉਣਾ ਸ਼ੁਰੂ ਹੋ ਗਿਆ, ਕਹਿੰਦੇ ਐਵੇਂ ਥੋੜਾ ਵੱਧਦਾ ਕਿ ਮੱਥੇ ਟੇਕਦਾ ਫਿਰਦਾ। ਆ ਗਿਆ ਨਾ ਗੁਣ ਸਾਹਮਣੇ, ਐਵੇਂ ਥੋੜਾ ਪੰਡਤ ਹਰਦਿਆਲ ਕਹਿੰਦਾ ਕਲਿਆਣ ਚੰਦ ਤੇਰੇ ਪੁੱਤ ਵਿੱਚ 32 ਗੁਣ ਨੇ, ਉਹ ਮੈਨੂੰ ਅੱਜ ਦਿਸੇ ਨੇ। ਜਿਉ ਪੰਡਤ ਬੇਤਾਂਤ ਵਿਚਾਰਤ, ਨੈਕ ਨਾ ਮਨ ਕੋ ਕਿਤਹੂ ਘਾਰਤ। ਗੁਰੂ ਸਾਹਿਬ ਨੇ ਕਹਿੰਦੇ ਪੜ੍ਹ ਕੇ ਸੁਣਾਉਣਾ ਸ਼ੁਰੂ ਕਰਤਾ, ਬੜੀ ਮਿੱਠੀ ਆਵਾਜ਼ ਵਿੱਚ। ਸਤਿਗੁਰੂ ਜੀ ਏਦਾਂ ਪੜ੍ਹਦੇ ਜਿਵੇਂ ਬਹੁਤ ਸਿਆਣਾ ਵਿਦਵਾਨ ਪੰਡਤ ਪੜ੍ਹਦਾ ਹੋਵੇ। ਇੱਕ ਇੱਕ ਅੱਖਰ ਸਾਫ਼ ਸਪਸ਼ਟ ਆਵਾਜ਼ ਵਿੱਚ ਗੁਰੂ ਸਾਹਿਬ ਨੇ ਗਾਇਨ ਕੀਤਾ ਏ। ਸੁਣ ਕਰ ਪਿਤਾ ਬਚਨ ਕੋ ਬੋਲੇ, ਸੰਪਟ ਵਿਧਰਮ ਅੰਮ੍ਰਿਤ ਖੋਲੇ। ਪਿਤਾ ਜੀ ਸੁਣ ਕੇ ਬੜੇ ਖੁਸ਼ ਹੋਏ, ਕਹਿੰਦੇ ਪੁੱਤ ਮੈਨੂੰ ਇਹ ਨਹੀਂ ਸਮਝ ਆਈ ਵੀ ਤੂੰ ਸੁਣਾਇਆ ਤੇ ਬੜਾ ਸੋਹਣਾ, ਪਰ ਹੈ ਕੀ ਹੈ? ਅਰਥ ਨਹੀਂ ਨਾ ਸੁਣਾਇਆ ਤੇ ਹੈ ਕੀ ਹੈ? ਬਸ ਮੁਖ ਵੱਲ ਵੇਖੀ ਜਾਂਦੇ ਆਪਣੇ ਪੁੱਤਰ ਦੇ। ਕਹਿੰਦੇ ਜਿਵੇਂ ਨਾ ਡੱਬੇ ਵਿੱਚ ਚਿੱਟੇ ਮੋਤੀ ਪਏ ਹੋਣ, ਸੰਪਟ ਨਾਮ ਡੱਬੇ ਦਾ, ਚੰਦਨ ਦੇ ਡੱਬੇ ਵਿੱਚ, ਬਾਕਸ ਵਿੱਚ ਕਿਤੇ ਮੋਤੀ ਪਏ ਹੋਣ ਤੇ ਹਾਥੀ ਦੇ ਦੰਦ ਪਏ ਹੋਣ, ਖੋਲੀਏ ਤੇ ਕਿੰਨਾ ਸੋਹਣਾ ਲੱਗਦਾ। ਕਹਿੰਦੇ ਗੁਰੂ ਸਾਹਿਬ ਦੇ ਚਿੱਟੇ ਜਿਹੇ ਦੰਦਾਂ ਤੋਂ, ਸੋਹਣੇ ਜਿਹੇ ਮੁਖ ਤੋਂ ਚੰਦਨ ਜਿਹਾ ਚਿਹਰਾ ਹੈ, ਮਿੱਠੇ ਮਿੱਠੇ ਅੰਮ੍ਰਿਤ ਬੋਲ ਅੰਮ੍ਰਿਤ ਵਾਂਗੂ ਝਰਦੇ ਹਨ। ਸਪਤ ਸਲੋਕੀ ਪੜ੍ਹੂੰ ਗੀਤਾ,
ਅਰਥ ਵਿਚਾਰੋਂ ਤੀ ਕਰ ਪ੍ਰੀਤਾ। ਤੇ ਪਿਤਾ ਜੀ ਸਾਹਮਣੇ ਆ ਕੇ ਬਹਿ ਗਏ ਬੱਚਿਆਂ ਦੇ ਵਿੱਚ, ਕਹਿੰਦੇ ਪੁੱਤ ਹੈ ਕੀ ਹੈ? ਸਤਿਗੁਰ ਪਤਾ ਕੀ ਕਹਿੰਦੇ? ਕਹਿੰਦੇ ਬਾਪੂ ਜੀ ਮੈਂ ਨਾ ਸਪਤ ਸਲੋਕੀ ਗੀਤਾ ਪੜ੍ਹਦਾ। ਹੁਣ ਮੈਨੂੰ ਪਹਿਲਾਂ ਤੁਹਾਨੂੰ ਦੱਸਣਾ ਪੈਣਾ ਵੀ ਹੁੰਦਾ ਕੀ ਹੈ ਇਹ ਸਪਤ ਸਲੋਕੀ ਗੀਤਾ ਕਿਹੜੀ ਹੈ? ਲੋਕਾਂ ਨੇ ਰਮਾਇਣ ਸੁਣੀਆਂ, ਗੀਤਾ ਸੁਣੀਆਂ, ਸਪਤ ਸਲੋਕੀ ਕਿਹੜੀ ਆ ਗਈ? ਥੋੜਾ ਜਿਹਾ ਸਮਝ ਲੈਂਦੇ। ਸਪਤ ਨਾਮ ਹੁੰਦਾ ਹੈ ਸੰਸਕ੍ਰਿਤ ਵਿੱਚ ਸੱਤ ਦਾ, ਗੀਤਾ ਸ਼ਲੋਕ ਨਾਮ ਛੰਦਾ ਹੁੰਦਾ ਹੈ, ਜਿਹਦੇ ਵਿੱਚ 100 ਸ਼ਲੋਕ ਹੋਣ ਉਹਨੂੰ ਕਹਿੰਦੇ ਸਪਤ ਸ਼ਲੋਕੀ ਗੀਤਾ। ਹੁਣ ਤੁਸੀਂ ਜੇ ਸਰਚ ਵੀ ਨੈਟ ਤੇ ਮਾਰੋਗੇ ਤੁਹਾਨੂੰ ਸਪਤ ਸ਼ਲੋਕੀ ਤੇ ਮਿਲਣੀ ਨਹੀਂ, ਕਿਸੇ ਚ 16,000 ਮਿਲਣੇ ਨੇ, ਕਿਸੇ ਚ 1608 ਛੰਦ ਮਿਲਣੇ ਨੇ। ਇਹ ਸਪਤ ਸ਼ਲੋਕੀ ਕਿਹੜੀ ਆ ਗਈ ਪਿਆਰਿਓ? ਸਪਤ ਸ਼ਲੋਕੀ ਗੀਤਾ ਉਹਨੂੰ ਕਿਹਾ ਜਾਂਦਾ ਹੈ ਗੀਤਾ ਦੇ ਵਿੱਚੋਂ ਨਾ ਬੜੀ ਕੁਆਲਿਟੀ ਦੀਆਂ ਗੱਲਾਂ 100 ਛੰਦ 100 ਸ਼ਲੋਕ ਕੱਢ ਕੇ ਪੰਡਤ ਲੋਕਾਂ ਨੇ ਲਿਖੇ, ਉਹਨੂੰ ਕਹਿੰਦੇ ਸਾਰੰਸ। ਮਤਲਬ 100 ਸ਼ਲੋਕ ਲਿਖੇ ਹੋਏ ਆ, ਉਹ ਲਿਖੇ ਜਿਨ੍ਹਾਂ ਚ ਗਿਆਨ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਗਿਆਨ ਹੈ, ਉਹਨੂੰ ਕਿਹਾ ਜਾਂਦਾ ਸਪਤ ਸ਼ਲੋਕੀ ਗੀਤਾ। ਹੁਣ 7 ਵੱਡੇ ਸ਼ਲੋਕ ਨੇ, ਉਹਨਾਂ ਦੇ ਉਲੱਥੇ ਕੀਤੇ ਹੋਏ ਆ 100 ਪੌੜੀਆਂ ਦੇ ਵਿੱਚ, ਉਹਨੂੰ ਸਪਤ ਸ਼ਲੋਕੀ ਕਹਿੰਦੇ ਆ। ਉਹ ਹੈ ਕਿਹੜੀ ਹੈ? ਸ਼੍ਰੀਮਦ ਭਾਗਵਤ ਗੀਤਾ ਨਾ ਜਿਹੜੀ, ਉਹਦੇ ਵਿੱਚੋਂ 100 ਸ਼ਲੋਕ ਬਹੁਤ ਗੁਣਵਾਨ, ਸਮਝਾਉਣ ਵਾਲੇ, ਬੁੱਧੀਮਾਨ ਲੋਕ ਜਿਹੜੇ ਪੜ੍ਹਦੇ ਆ, ਸੁਣਾਉਂਦੇ ਆ। ਕਹਿੰਦੇ ਗੁਰੂ ਸਾਹਿਬ ਕਹਿੰਦੇ ਪਿਤਾ ਜੀ ਮੈਂ ਸਪਤ ਸ਼ਲੋਕੀ ਗੀਤਾ ਲਿਖ ਰਿਹਾ, ਪੜ੍ਹ ਰਿਹਾ, ਆਓ ਬੈਠੋ ਤੁਹਾਨੂੰ ਅਰਥ ਵੀ ਸੁਣਾ ਰਿਹਾ। ਸਤਿਨਾਮ। ਪਿਤਾ ਜੀ ਬੜੇ ਹੈਰਾਨ ਨੇ। ਹੁਣ ਸਪਤ ਸ਼ਲੋਕੀ ਗੀਤਾ ਬਾਰੇ ਤੇ ਪੰਡਤ ਹਰਦਿਆਲ ਨੂੰ ਪਤਾ, ਕਿਹਨੂੰ ਪਤਾ ਜੀ? ਦੁਨਿਆਵੀ ਬੰਦਾ ਕਿੰਨਾ ਕੁ ਜਾਣ ਸਕਦਾ? ਅੱਜ ਅਸੀਂ ਤੁਹਾਡੇ ਕੋਲ ਦਸਮ ਦੀ ਗੱਲ ਕਰੀਏ, ਸਰਬਲੋ ਦੀ ਗੱਲ ਕਰੀਏ, ਭਾਈ ਗੁਰਦਾਸ ਦੀ ਕਵਿੱਤ ਸਵਈਆਂ ਦੀ ਗੱਲ ਕਰੀਏ, ਤੁਸੀਂ ਗ੍ਰਸਤੀ ਲੋਕ ਹੋ, ਕੰਮਾਂ ਕਾਰਾਂ ਤੇ ਜਾਣ ਵਾਲੇ ਹੋ, ਮਸਾਂ ਨਿਤਨੇਮ ਕਰਦੇ ਹੋ, ਮਸਾਂ ਸਮਾਂ ਬਾਣੀ ਪੜ੍ਹਨ ਦਾ ਮਿਲਦਾ, ਇੰਨਾ ਗਿਆਨ ਕਿੱਥੇ ਹੈ? ਇੰਨਾ ਸਮਾਂ ਵੀ ਕਿਹਦੇ ਕੋਲੇ? ਪਰ ਗੁਰੂ ਸਾਹਿਬ ਨੇ ਜਦ ਇਹ ਬਚਨ ਬੋਲੇ ਨਾ ਵੀ ਮੈਂ ਸਪਤ ਸ਼ਲੋਕੀ ਸ਼੍ਰੀਮਦ ਭਾਗਵਤ ਗੀਤਾ ਲਿਖ ਰਿਹਾ ਹਾਂ, ਸੁਣਾ ਰਿਹਾ, ਤੇ ਪਿਤਾ ਜੀ ਦੀਆਂ ਅੱਖਾਂ 'ਚ ਹੰਝੂ ਆ ਗਏ, ਗੱਲ ਸਮਝ ਤੋਂ ਬਾਹਰ ਹੋ ਗਈ। ਜਿਸਕੇ ਪੜਨ ਵਿਚਾਰਨ ਕਰਕੇ ਸ਼ੁਭ ਮਾਰਗ ਪਰ ਹੈ ਹਿਤ ਧਰ ਕੇ। ਤੇ ਪਿਤਾ ਜੀ ਬੈਠੇ ਤੇ ਗੁਰੂ ਸਾਹਿਬ ਕੱਲੇ ਕੱਲੇ ਸ਼ਲੋਕ ਦੇ ਅਰਥ ਕਰਕੇ ਸੁਣਾਉਂਦੇ, ਜਿਵੇਂ ਕੋਈ ਬਹੁਤ ਸੋਹਣੀ ਕਥਾ ਕਰਦਾ, ਸੁਣੀ ਜਾ ਰਹੇ ਆ। ਮਰਦ ਪਤਾ ਕੀ ਕਹਿੰਦੇ? ਪਿਤਾ ਜੀ ਧਰਮ ਗ੍ਰੰਥ ਕੋਈ ਵੀ ਮਾੜਾ ਨਹੀਂ ਹੁੰਦਾ, ਸਭ ਬੰਦੇ ਨੂੰ ਸਮਝਾਉਂਦੇ ਨੇ। ਕਿ ਗੁਰੂ ਸਾਹਿਬ ਸ਼੍ਰੀਮਦ ਭਾਗਵਤ ਦਾ ਪ੍ਰਚਾਰ ਕਰਦੇ ਨਹੀਂ, ਕਿਉਂਕਿ ਉਹ ਸਮਾਂ ਹਿੰਦੂ ਧਰਮ ਦਾ ਸੀ, ਤੇ ਪਿਤਾ ਜੀ ਉਸੇ ਧਰਮ ਤੋਂ ਬਿਲੋਂਗ ਕਰਦੇ ਹੋ, ਤਾਂ ਸਿੱਖ ਮਾਰਗ ਦੀ ਕਿਹੜੀ ਗੱਲ ਸੀ? ਕੌਣ ਜਾਣਦਾ ਸੀ ਸਿੱਖੀ ਬਾਰੇ? ਉਹ ਤੇ ਆਉਣ ਵਾਲੇ ਸਮੇਂ ਸ਼ੁਰੂਆਤ ਕਰਨੀ। ਦਿਖਾਇਆ ਪਿਤਾ ਨੂੰ, ਵੇਖੀ ਬਾਪੂ ਐਡਾ ਵੀ ਭੁਲੇਖਾ ਨਾ ਰੱਖੀ ਵੀ ਮੇਰਾ ਪੁੱਤ ਅਨਾੜੀ ਤੁਰਿਆ ਫਿਰਦਾ, ਜਾਂ ਮੈਂ ਵਿਹਲਾ ਰਹਿਣਾ, ਮੈਂ ਉਪਦੇਸ਼ ਦੇ ਰਿਹਾ। ਇਹ ਬਚਪਨ ਦੇ ਚੋਲ ਨੇ ਵਰਤਦੇ। ਕਹਿੰਦੇ ਸਪਤ ਸ਼ਲੋਕੀ ਗੀਤਾ, ਇਹ ਉਹੀ ਗੀਤਾ ਸ਼੍ਰੀਮਦ ਭਾਗਵਤ ਹੈ ਜਿਹਦੇ ਪ੍ਰਥਾਏ ਪੰਜੋਖਰਾ ਸਾਹਿਬ ਦੀ ਧਰਤੀ ਤੇ ਪੰਡਤ ਲਾਲ ਕਹਿੰਦਾ ਸੀ ਨਾਮ ਹਰਿ ਕ੍ਰਿਸ਼ਨ ਰਖਾ ਲਿਆ, ਕਿ ਤੁਸੀਂ ਸਪਤ ਸ਼ਲੋਕੀ ਗੀਤਾ ਪੜ੍ਹ ਕੇ ਸੁਣਾ ਸਕਦੇ ਹੋ? ਮਰਦ ਕਹਿੰਦੇ ਹਾਂ। ਕਹਿੰਦੇ ਪੜ੍ਹ ਕੇ ਗੱਲ ਛੱਡ ਅਰਥ ਸੁਣਾ ਦੋਗੇ। ਗੁਰੂ ਸਾਹਿਬ ਨੇ ਮਨ 'ਚ ਸੋਚਿਆ ਵੀ ਜੇ ਅਸੀਂ ਸੁਣਾਤੇ ਨੇ ਕਹਿਣਾ ਗੁਰੂ ਸਾਹਿਬ ਨੇ ਕਿਤੇ ਪੜ੍ਹਦੇ ਹੋਣੇ ਛੋਟੀ ਉਮਰ 'ਚ, ਕਿਉਂਕਿ ਵੱਡੇ ਘਰਾਣੇ 'ਚੋਂ ਨੇ। ਮਰਦ ਕਹਿੰਦੇ ਜਿਹਨੂੰ ਤੂੰ ਲਾਇਆ ਉਹ ਤੋਂ ਕਰਾ ਦੇਣਗੇ। ਲਿਆਂਦਾ ਛੱਜੂ ਝੂਠ ਫੜ ਕੇ ਝੀਵਰ ਤੋਂ ਮਰਦ ਨੇ ਹੱਥ ਰੱਖ ਕੇ ਸੋਟੀ ਰੱਖ ਸਿਰ ਤੇ ਸਪਤ ਸ਼ਲੋਕੀ ਸ਼੍ਰੀਮਦ ਭਾਗਵਤ ਗੀਤਾ ਸਹਿਤ ਅਰਥਾਂ ਦੇ ਸੁਣਾਤੀ। ਆਖੋ ਸਤਿਨਾਮ। ਉਹ ਨਿਰੰਕਾਰ ਦੀ ਜੋਤ ਹੈ। ਧਾਰਮਿਕ ਗ੍ਰੰਥ ਕੋਈ ਮਾੜਾ ਨਹੀਂ, ਅਸੀਂ ਮਾੜੇ ਆ ਜਿਹੜੇ ਨੁਕਤਾਚੀਨੀ ਕਰਦੇ ਫਿਰਦੇ ਆ। ਹਰ ਗ੍ਰੰਥ ਉਹ ਕਿਸੇ ਵੀ ਧਰਮ ਕਿਸੇ ਮਜ਼ਹਬ ਦਾ ਹੋਵੇ, ਸਿਰਫ ਇਹ ਸਮਝਾਉਂਦਾ ਬੰਦਿਆ ਤੂੰ ਬੰਦਾ ਕਿਵੇਂ ਬਣੇਗਾ, ਕਿਵੇਂ ਬਣ ਸਕਦਾ ਬੰਦਾ। ਗੁਰੂ ਸਾਹਿਬ ਨੇ ਨਾ ਅਰਥਾਂ ਦੇ ਸਮੇਤ ਸਪਤ ਸ਼ਲੋਕੀ ਗੀਤਾ ਬੱਚਿਆਂ ਵਿੱਚ ਸੁਣਾਉਣੀ ਸ਼ੁਰੂ ਕੀਤੀ ਹੈ। ਦੋਹਰ ਕਾਲੋਰ ਅਚਰਜ ਕਰਤ ਅਚਰਜ ਬੱਚੇ ਸੁਣੇ ਜੋ। ਜਿਸ ਵੇਲੇ ਪਿਤਾ ਨੇ ਸੁਣਿਆ ਨਾ, ਕਹਿੰਦੇ ਇੰਨੇ ਕੁਰਬਾਨ ਆਪਣੇ ਪੁੱਤ ਤੋਂ ਹੋ ਗਏ, ਭੱਜ ਕੇ ਜੱਫੀ ਪਾਲੀ, ਘੁੱਟ ਕੇ ਮੱਥਾ ਚੁੰਮਿਆ, ਕਹਿੰਦੇ ਵਾਹ ਨਾਨਕ ਮੰਨ ਗਿਆ, ਸੱਚੀ ਤੈਨੂੰ ਪੜ੍ਹਨ ਪੜਾਉਣ ਦੀ ਲੋੜ ਕੋਈ ਨਹੀਂ। ਆਖੋ ਸਤਿਨਾਮ। ਹੁਣ ਕਹਿ ਚੱਲੇ ਆ, ਅਜੇ ਪਤਾ ਨਹੀਂ ਗੱਲ ਪਰਸੋਂ ਕੀ ਹੋਣਾ ਹੈ, ਕਿਉਂਕਿ ਇਹ ਦੁਨਿਆਵੀ ਤਾਲ ਹੈ ਖੁਸ਼ੀ ਦਾ। ਬਹੁਤ ਖੁਸ਼ੀ ਹੈ। ਖੁਸ਼ੀ 'ਚ ਅਸੀਂ ਕਹਿੰਦੇ ਆ ਮੇਰਾ ਜੀ ਕਰਦਾ ਮੈਂ ਆਹ ਕਰਦਾ ਤੇਰੇ ਲਈ, ਤੇ ਜਿੱਦਣ ਕਿਤੇ ਵੈਰ ਪਿਆ ਹੋਵੇ ਫਿਰ ਕਹਿੰਦਾ ਮੈਂ ਗੋਲੀ ਮਾਰਦਾ ਜੀ ਕਰਦਾ ਮੇਰੇ ਸਾਹਮਣੇ ਆ ਜੀ ਕਿਤੇ। ਇਹ ਦੁਨੀਆ ਦੀ ਖੁਸ਼ੀ ਨਵੀਂ ਹੈ, ਪਰ ਆਨੰਦ ਦੇ ਵਿੱਚ
कोई फर्क नहीं पैंदा, सदा ही आनंद रहिंदा है। पिता जी इन्ने खुश होए, अपने पुੱਤ ਦੀ वाह-वाह करदे फिरदे आ, कहंदे लोग मैनूं सच ही कहंदे सी, मैं किसे दी सुनी कोई ना। लखने की लालस लगी कूर के साच पनी जो। कहंदे नानक मैं ते वेखण आया सी पुੱਤ, लोकी कहंदे तेरा पुੱਤ गुणी ज्ञानी, मैं कहा कहंदे झूठ बोलदे ਜਾਂ ਮੈਨੂੰ ਛੇੜਦੇ ਆ, ਵੇਖਦੇ ਆ। ਕਹਿੰਦੇ ਥਾਪੜਾ ਦੇ ਕੇ ਪਿਤਾ ਜੀ ਘਰੇ ਆ ਕੇ ਜਿਹੜਾ ਮਿਲਿਆ ਕਰੇ ਉਸ ਨੂੰ ਦੱਸ ਦਿਆ ਕਰਨ। ਕਹਿੰਦੇ ਮੇਰਾ ਪੁੱਤ ਬਹੁਤ ਪੜ੍ਹਦਾ ਹੈ, ਬੜਾ ਸਿਆਣਾ। ਮਰਦ ਨੇ ਪਿੱਠ ਮੁੜ ਕੇ ਵੇਖਿਆ ਵੀ ਬਾਪੂ ਲਾਗੇ ਸਿੱਧਾ ਕਰ, ਉੱਥੇ ਹੀ ਮਾਇਆ ਦਾ ਜਾਲ ਪਾਤਾ। ਆਖੋ ਸਤਨਾਮ। ਹੁਣ ਘਰੇ ਆਉਣਗੇ, ਥੋੜੀ ਦੇਰ ਸਿਫਤ ਕਰਨਗੇ, ਫਿਰ ਉੱਥੇ ਪਹੁੰਚ ਜਾਣਗੇ। ਤੂੰ ਪੜ੍ਹਦਾ ਨਹੀਂ, ਤੂੰ ਪਾਠਸ਼ਾਲਾ ਨਹੀਂ ਜਾਂਦਾ, ਤੇਰੀ ਪੜ੍ਹਦੇ ਨਾਲ ਨਹੀਂ ਬਣਦੀ। ਇਹ ਖੇਡਾਂ ਮੇਰੇ ਸਤਿਗੁਰ ਦੀਆਂ ਨੇ। ਆ ਚੋਜ ਕੇਵਲ ਗੁਰੂ ਸਾਹਿਬ ਦੇ ਇਤਿਹਾਸ ਵਿੱਚੋਂ ਹੀ ਸੁਣਨ ਨੂੰ ਮਿਲ ਸਕਦੇ ਆ। ਕਿੱਡੀਆਂ ਖੇਡਾਂ ਮਹਾਰਾਜ ਨੇ ਵਰਤਾਈਆਂ, ਕਦੇ ਸੁਣੀਏ ਏਦਾਂ ਹੋਇਆ ਕੁਛ? ਹਾਂ, ਕੇਵਲ ਉਹੀ ਸੁਣਦੇ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੈ। ਬਿਨਾਂ ਕਿਰਪਾ ਤੋਂ ਗੁਰੂ ਦਾ ਜਸ, ਗੁਰੂ ਦੀ ਮਹਿਮਾ ਨਾ ਕੋਈ ਸੁਣ ਸਕਦਾ, ਨਾ ਕੋਈ ਸੁਣਾ ਸਕਦਾ। ਇਹ ਸਭ ਰਹਿਮਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਨੇ। ਤੁਹਾਡੇ ਬਹੁਤ ਬਹੁਤ ਵੱਡੇ ਭਾਗ ਨੇ, ਪਤਾ ਨਹੀਂ ਕਿਹੜੇ ਹੀਰੇ ਮੋਤੀ ਦਾਨ ਪਿਛਲੇ ਕਰਮਾਂ 'ਚ ਕੀਤੇ, ਜਨਮਾਂ 'ਚ, ਜਿਹੜਾ ਅਨਿਤ ਦਾ ਸਤਸੰਗ ਕਰਨ ਦਾ ਸੁਭਾਗ ਮਿਲਦਾ ਹੈ। ਦੁਨਿਆਵੀ ਬੰਦਾ ਇੱਕ ਦਿਨ ਆਊਗਾ, 2 ਦਿਨ ਆਊਗਾ, ਤੀਜੇ ਦਿਨ ਕੰਮ ਪੈ ਜਾਊਗਾ। ਪਰ ਜਿਹੜੇ ਰੈਗੂਲਰ ਚੱਲ ਕੇ ਆ ਰਹੇ ਹੋ ਨਾ, ਬੜੇ ਪਿਆਰ ਨਾਲ ਤੁਰ ਕੇ ਵੀ ਆਉਂਦੇ ਹੋ, ਠੰਡ ਹੋਵੇ ਗਰਮੀ ਹੋਵੇ, ਕਿਤੇ ਨਾ ਕਿਤੇ ਸੱਚੀ ਗੁਰੂ ਸਾਹਿਬ ਦੀ ਬੜੀ ਮਿਹਰ ਹੈ। ਇਹਦਾ ਮਾਣ ਨਾ ਕਦੇ ਕਰਿਓ। ਜਿੱਦਣ ਮਾਣ ਕੀਤਾ ਦੂਜੇ ਦਿਨ ਸਮਾਂ ਹੀ ਨਹੀਂ ਲੱਗਣਾ। ਅਰਦਾਸ ਕਰਿਆ ਕਰੋ, ਮਹਾਰਾਜ ਵੱਧ ਤੋਂ ਵੱਧ ਸਮਾਂ ਆਪਣੀ ਸਤ ਸੰਗਤ ਦਾ ਦੇ ਦਿਓ। ਆਪ ਜੀ ਦੇ ਗੁਣਾਂ ਨੂੰ ਸੁਣ ਕੇ ਅਸੀਂ ਆਪਣੇ ਔਗਣਾਂ ਨੂੰ ਛੱਡ ਕੇ ਸ਼ੁਭ ਗੁਣ ਧਾਰਨ ਕਰ ਲਈਏ। ਜਿਵੇਂ ਹੁਣ ਅੱਗੇ ਜੋ ਜਾਣਗੇ ਨਾ, ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।